ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਐ ਸੁਣਿਐ ਸਾਲੋਣੇ ਖਟ ਤੁਰਸ਼ੀ ਮੁਖ ਬੋਲਣਾ ਮਾਰਨ ਨਾਦ ਕੀਏ ਛਤੀ ਅੰਮ੍ਰਿਤ ਪਾਓ ਏਕ ਜਾਂ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਰਤਾ ਪਹਿਨਣ ਮਨ ਰਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਂਦੇ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਕੋੜੇ ਬਾਖਰ ਸੋਏ ਨੇਮ
ਸਾਖਤ ਬੂਝਣ ਤੇਰੀ ਵਾਟ, ਤਰਕਸ ਤੀਰ ਕਮਾਨ ਸਾਂ, ਤੇਗ ਬੰਦ ਗੁਣ ਧਾਤ, ਵਾਜਾ ਨਿਜਾ ਪਤ ਸਿਉ, ਪ੍ਰਗਟ ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਜਿਤ ਚੜਿਐ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਰਹਾਉ ਕਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ। ਹੁਕਮ ਸੋਈ ਤੁਧ ਭਾਵਸੀ, ਹੋਰ ਆਖਣ ਬਹੁਤ ਅਪਾਰ। ਨਾਨਕ ਸੱਚਾ ਪਾਤਸ਼ਾਹ, ਪੂਛ ਨ ਕਰੇ ਵਿਚਾਰ। ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁਤੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁਤੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 16-17 ਅੰਗ ਤੇ ਦਰਜ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਆਪ ਜੀ ਨੂੰ ਸਰਵਣ ਕਰਵਾਉਣਗੇ। ਦੋ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਅੱਜ ਮੀਰੀ ਪੀਰੀ ਦਿਵਸ ਹੈ। ਉਹ ਦਿਹਾੜਾ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸੇਲੀ ਮਾਲਾ ਛੱਡ ਕੇ ਮੀਰੀ ਔਰ ਪੀਰੀ ਦੀਆਂ ਦੋ ਖੜਗ, ਦੋ ਤਲਵਾਰਾਂ ਧਾਰਨ ਕੀਤੀਆਂ ਸਨ।
ਅੱਜ ਇਹ ਦਿਨ ਸਾਰਾ ਸਿੱਖ ਜਗਤ ਮਨਾ ਰਿਹਾ ਹੈ। ਗੁਰੂ ਜੀ ਨੇ ਸਾਨੂੰ ਪ੍ਰਗਟ ਰੂਪ ਵਿੱਚ ਭਗਤੀ ਔਰ ਸ਼ਕਤੀ ਦਾ, ਸੰਤ ਔਰ ਸਿਪਾਹੀ ਦਾ ਸੁਮੇਲ ਕਰਕੇ ਬਖਸ਼ਿਆ ਸੀ। ਇਹ ਬਾਬਾ ਬੁੱਢਾ ਜੀ ਦੀ ਵੱਡੀ ਉਮਰ ਦੀ ਕੋਈ ਭੁੱਲ ਨਹੀਂ ਹੈ ਕਿ ਉਮਰ ਵੱਡੀ ਸੀ, ਇੱਕ ਸ਼੍ਰੀ ਸਾਹਿਬ ਇੱਧਰ ਪਾਤੀ, ਇੱਕ ਉੱਧਰ ਪਾਤੀ। ਇਹ ਉਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਬ੍ਰਹਮ ਗਿਆਨਤਾ ਦੇ ਉੱਤੇ ਵੀ ਅਸੀਂ ਕਿੰਤੂ ਪਰੰਤੂ ਕਰਦੇ ਹਾਂ। ਅਸਲ ਵਿੱਚ ਇਹ ਗੁਰੂ ਦਾ ਹੁਕਮ ਸੀ ਔਰ ਇਹ ਸਿਧਾਂਤ ਸੀ ਜਿਹੜਾ ਸੰਸਾਰ ਦੇ ਵਿੱਚ ਗੁਰੂ ਜੀ ਨੇ ਪ੍ਰਗਟ ਕਰਨਾ ਸੀ। ਸੋ ਆਪ ਜੀ ਨੂੰ ਮੀਰੀ ਪੀਰੀ ਦਿਵਸ ਦੀਆਂ ਲੱਖ 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 ਵਧਾਈਆਂ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਆਪ ਜੀ ਕੋਈ ਵੀ ਸੇਵਾ ਭੇਜ ਸਕਦੇ ਹੋ। ਮੈਂ ਸਭ ਨੂੰ ਬੇਨਤੀ ਕਰਾਂਗਾ, ਲੰਗਰ ਦੀ ਸੇਵਾ ਦੇ ਵਿੱਚ ਆਪਣੇ ਘਰ ਦਾ ਜ਼ਰੂਰ ਹਿੱਸਾ ਪਾਓ। ਗੁਰੂ ਹਰਿਰਾਏ ਸਾਹਿਬ ਜੀ ਦਾ ਤਾਂ ਹੁਕਮ ਹੈ, ਹਰ ਘਰ ਵਿੱਚ ਗੁਰੂ ਦਾ ਲੰਗਰ ਹੋਣਾ ਚਾਹੀਦਾ ਹੈ, ਤਾਂ ਕਿ ਕੋਈ ਵੀ ਰਾਹਗੀਰ, ਮੁਸਾਫਰ, ਲੋੜਵੰਦ ਤੁਹਾਡਾ ਦਰਵਾਜ਼ਾ ਖੜਕਾ ਕੇ ਆਪਣੀ ਉਦਰ ਪੂਰਤੀ ਕਰ ਸਕੇ। ਪਰ ਸਮੇਂ ਦੀ, ਸਿਸਟਮ ਦੀ ਚਾਲ ਐਸੀ ਹੈ, ਕਿਹਨੂੰ ਪਤਾ ਹੈ ਕਿ ਸਾਡਾ ਘਰ ਕਿੱਥੇ ਹੈ। ਸੋ ਗੁਰੂ ਦਾ ਘਰ ਵੱਡਾ ਘਰ ਹੈ। ਇੱਥੇ ਭਜਨ ਬੰਦਗੀ ਵਾਲੀਆਂ ਆਤਮਾ ਤੋਂ ਲੈ ਕੇ, ਮੁਸਾਫਰਾਂ, ਯਾਤਰੂਆਂ ਤੋਂ ਲੈ ਕੇ, ਸੱਚਮੁੱਚ ਜਿਹੜੇ ਭੁੱਖ ਕਰਕੇ ਪ੍ਰਸ਼ਾਦੇ ਦੇ ਅਧਿਕਾਰੀ ਨੇ, ਉਹ ਬੜੇ ਹੱਕ ਨਾਲ ਆਉਂਦੇ ਨੇ ਵੀ ਗੁਰੂ ਘਰ ਜਾਵਾਂਗੇ ਤੇ ਸਾਨੂੰ ਲੰਗਰ ਮਿਲੇਗਾ। ਸੋ ਇਸ ਲੰਗਰ ਵਿੱਚ ਸਾਡੀ ਅੰਸ਼ ਹੋਣੀ ਚਾਹੀਦੀ ਹੈ। ਬਜਾਏ ਕਿ ਲੂਣ ਦੀ ਥੈਲੀ ਤੇ ਝਾੜੂ ਲੈ ਕੇ ਅਸੀਂ ਗੁਰਦੁਆਰੇ ਤੁਰੇ ਆਈਏ, ਕੀ ਕਰੀਏ ਆਪਾਂ? ਤੀਲਾ ਤੀਲਾ ਵੰਡ ਦਈਏ ਸੰਗਤ ਨੂੰ ਵੀ ਲੈ ਜਾਓ ਜੀ। ਆਟਾ ਹੋਵੇ, ਦੁੱਧ ਹੋਵੇ, ਚੌਲ ਹੋਣ, ਖੀਰ ਬਣੇ, ਪ੍ਰਸ਼ਾਦਾ ਬਣੇ, ਬਜਾਏ ਇਸ ਗੱਲ ਦੇ ਕਿ 2 ਕਿਲੋ ਚੌਲ ਬਣਾ ਕੇ, ਰਾਜਮਾ ਬਣਾ ਕੇ ਅਸੀਂ ਬਾਹਰ ਫੜੀ ਲਾ ਲਈਏ, ਤੇਰੇ ਚਾਵਲ ਮੇਰੇ ਚਾਵਲ, ਤੇਰਾ ਰਾਜਮਾ ਮੇਰੇ ਰਾਜਮਾ। ਆਪਾਂ ਇਸ ਹੰਕਾਰ ਤੋਂ, ਇਸ ਮੂਰਖਤਾ ਤੋਂ ਬਚੀਏ। ਗੁਰੂ ਦੇ ਲੰਗਰ ਵਿੱਚ ਆ ਕੇ ਜੋ ਰੱਬ ਨੇ ਸਾਨੂੰ ਦਿੱਤਾ ਹੈ ਉਹ ਭੇਟਾ ਕਰੀਏ, ਤਾਂ ਕਿ ਛਕਣ ਵਾਲਾ ਇਹ ਕਵੇ ਕਿ ਬੰਗਲਾ ਸਾਹਿਬ ਗਿਆ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਲੰਗਰ ਵਿੱਚੋਂ ਅੱਜ ਮੈਨੂੰ 36 ਪ੍ਰਕਾਰ ਦੀਆਂ ਨਿਆਮਤਾਂ ਮਿਲੀਆਂ ਨੇ। ਗੁਰੂ ਦੀ ਵਡਿਆਈ ਹੀ ਸਾਡੀ ਵਡਿਆਈ ਹੈ, ਸਾਡੀ ਮੂਰਖਾਂ ਦੀ ਕੋਈ ਵਡਿਆਈ ਨਹੀਂ। ਵਡਿਆਈਆਂ ਤੇ ਉਹ ਦੇਵੇ ਤਾਂ ਸਾਡੀਆਂ ਹੋ ਸਕਦੀਆਂ ਨੇ ਭਾਈ। ਆਓ ਅਗਲੇ ਸਮੇਂ ਵਾਸਤੇ ਸਿੰਘ ਸਾਹਿਬ ਜੀ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮੈਂ ਨਾਹੀ ਕਛੁ ਨਹੀਂ ਕਿਛ ਆਹਿ ਨ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਜਗਤ ਜੋ ਸਤਿਗੁਰੂ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰ ਸੰਗਤ ਰੂਪ ਵਿੱਚ ਬਿਰਾਜਮਾਨ ਸੁਭਾਇਮਾਨ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਕਲਗੀਧਰ ਪਾਤਸ਼ਾਹ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੇ ਦਰਬਾਰ ਦੇ ਵਿੱਚ ਰੋਜ਼ਾਨਾ ਦੀ ਮਰਜ਼ਾਦਾ ਅਨੁਸਾਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਅੰਮ੍ਰਿਤ ਬਾਣੀ ਦੇ ਕੀਰਤਨ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਆਦਿ ਗੁਰੂ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ, ਜੋ ਗੁਰੂਦੇਵ ਪੰਚਮ ਪਾਤਸ਼ਾਹ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਅੰਦਰ ਦਰਜ ਕੀਤਾ ਹੈ, ਉਹ ਆਪਾਂ ਨੇ ਗੁਰੂ ਘਰ ਦੇ ਮੁਖਤੀਰ ਗੁਰੂ ਸਵਾਰੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਪਾਸੋਂ ਸ਼ਰਵਣ ਕੀਤਾ ਹੈ। ਇਹ ਅੰਮ੍ਰਿਤ ਬਚਨ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਗੁਰੂ ਦਰ 'ਤੇ ਆਉਣ ਵਾਲਿਆਂ ਨੂੰ ਮਨੁੱਖੀ ਜੀਵਨ ਦੇ ਸਭ ਤੋਂ ਉੱਤਮ ਅਹਿਮ ਪਦਾਰਥ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਮਹਿਮਾ ਦਾ ਬੋਧ ਕਰਵਾਇਆ ਹੈ। ਇਸ ਨਾਮ ਸਿਮਰਨ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹੋਏ ਨਾਲ ਨਾਲ ਗੁਰੂ ਸਾਹਿਬ ਨੇ ਕੁਝ ਚੇਤਾਵਨੀਆਂ ਵੀ ਦਿੱਤੀਆਂ ਨੇ, ਕੁਝ ਸੁਚੇਤ ਕਰਨ ਵਾਸਤੇ ਝੰਜੋੜਨ ਵਾਲੇ ਬਚਨ ਵੀ ਗੁਰੂਦੇਵ ਨੇ ਕੀਤੇ ਨੇ। ਸਾਹਿਬ ਜੀ ਨੇ ਬਾਣੀ ਦੇ ਵਿੱਚ ਸਾਡੇ ਮਨੁੱਖ ਕਹਾਉਣ ਵਾਲਿਆਂ ਦੇ ਜੀਵਨ ਨੂੰ ਮੂਲ ਰੂਪ ਦੇ ਵਿੱਚ ਦੋ ਹਿੱਸਿਆਂ ਵਿੱਚ ਵੰਡ ਕੇ ਤੇ ਇਹਦੇ ਸੁਮੇਲ ਨੂੰ ਜੀਵਨ ਆਖਿਆ। ਇੱਕ ਹੈ ਸਰੀਰ ਦੇ ਪੱਧਰ 'ਤੇ ਜਿਉਣ ਵਾਲਾ, ਇੱਕ ਹੈ ਸੁਰਤੀ ਦੇ ਪੱਧਰ 'ਤੇ, ਮਨ ਦੇ, ਮਤ ਦੇ, ਰੂਹ ਦੇ ਪੱਧਰ 'ਤੇ ਜਿਉਣ ਵਾਲਾ ਜੀਵਨ। ਆਤਮਾ ਸਾਡੀ ਰੂਹ, ਜਿਸ ਨੂੰ ਗੁਰੂਦੇਵ ਨੇ ਰਾਮ ਕੀ ਅੰਸ਼ ਆਖਿਆ, ਜੋਤ ਸਰੂਪ ਆਖਿਆ, ਉਹ ਕਰਤਾ ਰੂਪ ਕਰਤਾ ਪੁਰਖ ਵਾਹਿਗੁਰੂ ਰੂਪ ਸੂਰਜ ਵਿੱਚੋਂ ਨਿਕਲੀ ਹੋਈ ਕਿਰਨ ਆਖਿਆ, ਸਾਗਰ ਦੀ ਸਮੁੰਦਰ ਦੀ ਲਹਿਰ ਦਾ ਮਹਾਰਾਜ ਨੇ ਇਸ ਦੇ ਨਾਲ ਪ੍ਰਮਾਣ ਦੇ ਕੇ ਇਸ ਨੂੰ ਤੁਲਨਾਇਆ ਹੈ। ਇਹ ਮਨੁੱਖਾ ਜੀਵਨ ਜਿਹਦੇ ਵਿੱਚ ਸਾਡੀਆਂ ਆਤਮਾਵਾਂ ਨੂੰ ਇਹ ਸਰੀਰ ਰੂਪੀ ਭਾਂਡਿਆਂ ਵਿੱਚ ਟਿਕਾ ਦਿੱਤਾ। ਇਹ ਜਿਹੜਾ ਪੰਜ ਤੱਤਾਂ ਦਾ ਸਰੀਰ ਬਣਾਇਆ, ਇਹਦੇ ਬਾਰੇ ਗੁਰੂਦੇਵ ਨੇ ਕੁਝ ਕੁਦਰਤੀ ਸੱਚ ਜਿਹੜੇ ਵਾਹਿਗੁਰੂ ਜੀ ਨੇ ਇਸ ਸਰੀਰ ਦੀਆਂ ਦੇ ਨਾਲ ਜੋੜ ਦਿੱਤੇ, ਉਹ ਹੈਗੀਆਂ ਨੇ ਇਹਦੀਆਂ ਸਰੀਰ ਦੀਆਂ ਲੋੜਾਂ, ਇਹਦੀਆਂ ਭੁੱਖਾਂ, ਇਹਨੂੰ ਜਿਉਂਦਾ ਰੱਖਣ ਵਾਸਤੇ, ਗਤੀਸ਼ੀਲ ਰੱਖਣ ਵਾਸਤੇ, ਇਸ ਨੂੰ ਕੰਮ ਕਾਜ ਜੋਗਾ ਰੱਖਣ ਵਾਸਤੇ ਜਿਹੜੀ ਸਮਰੱਥਾ ਚਾਹੀਦੀ ਹੈ, ਤਾਕਤ ਚਾਹੀਦੀ ਹੈ, ਉਸ ਤਾਕਤ ਦੀ ਪੂਰਤੀ ਲਈ ਸਾਡੇ ਅੰਦਰ ਭੁੱਖ ਪੈਦਾ ਕੀਤੀ, ਪਿਆਸ ਪੈਦਾ ਕੀਤੀ, ਤੇ ਉਸ ਭੁੱਖ ਤੇ ਪਿਆਸ ਦੀ ਪੂਰਤੀ ਵਾਸਤੇ ਭੋਜਨ ਦੀ ਲੋੜ ਦਾ ਅਹਿਸਾਸ ਕਰਵਾਇਆ, ਪੀਣ ਵਾਲੇ ਪਦਾਰਥਾਂ ਦੀ ਲੋੜ ਦਾ ਅਹਿਸਾਸ ਕਰਵਾਇਆ। ਇਹ ਸਰੀਰ ਦੀਆਂ ਕੁਦਰਤੀ ਲੋੜਾਂ ਨੇ। ਇਹਦੇ ਨਾਲ ਨਾਲ ਇਸ ਸਰੀਰ ਨੂੰ ਗਰਮੀ ਸਰਦੀ ਤੋਂ ਬਚਾਉਣ ਵਾਸਤੇ, ਇਸ ਸੱਭਿਅਕ ਸਮਾਜ ਵਿੱਚ, ਮਨੁੱਖੀ ਸਮਾਜ ਵਿੱਚ ਇਸ ਤਨ ਦਾ ਨੰਗੇਜ਼ ਕੱਢਣ ਵਾਸਤੇ ਕੱਪੜੇ ਦੀ ਕੁਦਰਤੀ ਲੋੜ ਦਾ ਮਨੁੱਖ ਦੇ ਅੰਦਰ ਅਹਿਸਾਸ ਪੈਦਾ ਕੀਤਾ। ਫਿਰ ਇਸ ਸਰੀਰ ਨੂੰ ਦੂਜੇ ਹੀ ਆਪਣੇ ਕਹੇ ਜਾਣ ਵਾਲੇ ਸਰੀਰ, ਜਿਨ੍ਹਾਂ ਨੂੰ ਅਸੀਂ ਆਪਣਾ ਪਰਿਵਾਰ ਆਖਦੇ ਹਾਂ, ਟੱਬਰ ਆਖਦੇ ਹਾਂ, ਜਿਹਦੇ ਵਿੱਚ ਸਾਡੇ ਮਾਂ ਪਿਓ ਭੈਣ ਭਰਾ ਪੁੱਤਰ ਧੀਆਂ ਪਤੀ ਪਤਨੀ ਇਤਿਆਦਿ ਮਿਲ ਕੇ ਪਰਿਵਾਰ ਬਣਦਾ ਹੈ,
उस परिवार लई, अपने लई रैण बसेरा, ठहरन दी जगह, मकान आखदे आ जिसनूं, ਉਹਦੀ ਲੋੜ ਦਾ ਅਹਿਸਾਸ ਕਰਵਾਇਆ, ਜਿਸ ਨੂੰ ਕੁੱਲੀ ਗੁੱਲੀ ਤੇ ਜੁੱਲੀ ਦੇ ਰੂਪ ਵਿੱਚ ਸਿਆਣਿਆਂ ਨੇ ਬਿਆਨ ਕੀਤਾ। ਹੁਣ ਇਹ ਕੁਦਰਤੀ ਲੋੜਾਂ ਨੇ, ਕੁਦਰਤੀ ਭੁੱਖਾਂ ਨੇ, ਇਹ ਪੂਰੀਆਂ ਹੋਣੀਆਂ ਹੀ ਚਾਹੀਦੀਆਂ ਨੇ। ਤੇ ਇਹਨੂੰ ਪੂਰੀਆਂ ਕਰਨ ਵਾਸਤੇ ਕੋਈ ਨਾ ਕੋਈ ਉਦਮ ਉਪਰਾਲਾ, ਕੋਈ ਨਾ ਕੋਈ ਕੰਮ ਕਾਜ ਚਾਹੀਦਾ ਹੈ, ਕੋਈ ਕਿਰਤ ਚਾਹੀਦੀ ਹੈ, ਜਿਹਦੇ ਨਾਲ ਇਹ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਸਾਨੂੰ ਮਾਇਆ ਮਿਲ ਸਕੇ, ਧਨ ਦੌਲਤ ਮਿਲ ਸਕੇ, ਉਹ ਪਦਾਰਥ ਅਸੀਂ ਪ੍ਰਾਪਤ ਕਰ ਸਕੀਏ। ਇਹ ਸਾਰਾ ਕੁਝ ਕੁਦਰਤੀ ਵਰਤਾਰਾ ਹੈ। ਪਰ ਮਹਾਰਾਜ ਕਹਿੰਦੇ ਮੁਸ਼ਕਿਲ ਕਿੱਥੇ ਬਣਦੀ ਹੈ, ਸਮੱਸਿਆ ਕਿੱਥੇ ਖੜੀ ਹੁੰਦੀ ਹੈ। ਇਹ ਸਾਰਾ ਕੁਝ ਕੁਦਰਤੀ ਵਰਤਾਰਾ ਜਿਹੜਾ ਹੈ, ਵਾਹਿਗੁਰੂ ਜੀ ਵੱਲੋਂ ਹੀ ਪੈਦਾ ਕੀਤੀਆਂ ਹੋਈਆਂ ਇਹ ਭੁੱਖਾਂ, ਲੋੜਾਂ, ਪਿਆਸ, ਇੱਛਾਵਾਂ, ਇਹਨਾਂ ਦੇ ਵਿੱਚ ਵਿਘਨ ਕਿੱਥੇ ਪੈਂਦਾ ਹੈ। ਇਹ ਪਰੇਸ਼ਾਨੀ ਦਾ, ਬੇਚੈਨੀ ਦਾ ਕਾਰਨ ਕਦੋਂ ਬਣਦੀਆਂ? ਇਹਦੇ ਕਰਕੇ ਜਿਹੜੀਆਂ ਵਿਕਾਰੀ ਬਿਰਤੀਆਂ ਅੰਦਰ ਪੈਦਾ ਹੋ ਜਾਂਦੀਆਂ ਨੇ ਤੇ ਫਿਰ ਉਹ ਸੁੱਖ ਦੀ ਬਜਾਏ ਸਾਨੂੰ ਦੁੱਖ ਵਿੱਚ ਲੈ ਜਾਂਦੀਆਂ ਨੇ, ਡਰ ਸਹਿਮ ਪੈਦਾ ਕਰ ਦਿੰਦੀਆਂ ਨੇ, ਚਿੰਤਾ ਫਿਕਰ ਪੈਦਾ ਕਰ ਦਿੰਦੀਆਂ ਨੇ। ਉਹ ਕੀ ਹੈ? ਦਾਤਾਰ ਪਾਤਸ਼ਾਹ ਅੱਜ ਦੇ ਇਸ ਪਾਵਨ ਬਚਨ ਵਿੱਚ ਸਾਡਾ ਧਿਆਨ ਉਸ ਪਾਸੇ ਵੱਲ ਦਿਵਾਉਂਦੇ। ਬਾਣੀ ਦੇ ਵਿੱਚ ਮਹਾਰਾਜ ਨੇ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ। ਇੱਕ ਗੱਲ ਧਿਆਨ 'ਚ ਰੱਖ ਲਈਏ ਕਿ ਗੁਰੂਦੇਵ ਨੇ ਕਦੀ ਵੀ ਸਾਡੀਆਂ ਇਹਨਾਂ ਸਰੀਰਕ ਲੋੜਾਂ ਤੋਂ ਨਕਾਰਿਆ ਨਹੀਂ, ਬਲਕਿ ਇਹਦੀ ਰੱਜ ਕੇ ਚਰਚਾ ਕੀਤੀ ਹੈ। ਇਹਨਾਂ ਲੋੜਾਂ ਦੀ ਪੂਰਤੀ ਵਾਸਤੇ ਸਾਨੂੰ ਉਦਮਸ਼ੀਲ ਹੋਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕੋਈ ਵੀ ਕਿਰਤ ਚੁਣੋ, ਕਿਰਤ ਕਰੋ, ਪਰ ਕਿਰਤ ਕਰਦਿਆਂ ਸੁਕ੍ਰਿਤ ਕਰੋ। ਇਹ ਉਪਦੇਸ਼ ਨਾਲ ਨਾਲ ਬਖਸ਼ਿਆ। ਪਰ ਮਹਾਰਾਜ ਕਹਿੰਦੇ ਕਿਰਤ ਦੇ ਨਾਲ ਨਾਲ ਜੇ ਕੀਰਤ ਕਰੋਗੇ ਤਾਂ ਇਹ ਕਿਰਤ ਤੇ ਕੀਰਤ ਦਾ ਸੁਮੇਲ ਤੁਹਾਡੀਆਂ ਭੁੱਖਾਂ, ਤੁਹਾਡੀਆਂ ਲੋੜਾਂ, ਤੁਹਾਡੀਆਂ ਇੱਛਾਵਾਂ, ਇਹਨਾਂ ਨੂੰ ਗਲਤ ਨਹੀਂ ਹੋਣ ਦੇਗਾ। ਮੁਸ਼ਕਿਲ ਇੱਥੇ ਬਣਦੀ ਹੈ, ਮਹਾਰਾਜ ਕਹਿੰਦੇ ਜਦੋਂ ਤੁਹਾਡੀਆਂ ਭੁੱਖਾਂ, ਤੁਹਾਡੀਆਂ ਲੋੜਾਂ ਜਿਹੜੀਆਂ ਕਿ ਕੁਦਰਤੀ ਨੇ, ਇਹਨਾਂ ਨੂੰ ਤੁਸੀਂ ਆਪਣੇ ਅਵੇਸਲੇਪਣ ਵਿੱਚ ਬੇਧਿਆਨੇ ਹੋ ਕੇ, ਬੇਸੰਜਮੇ ਹੋ ਕੇ ਜਦੋਂ ਗੈਰ ਕੁਦਰਤੀ ਬਣਾ ਲੈਂਦੇ ਹੋ ਨਾ, ਇਹ ਭੁੱਖ ਨਹੀਂ ਰਹਿੰਦੀ, ਇਹ ਤ੍ਰਿਸ਼ਨਾ ਬਣ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਫਿਰ ਇਹਦੇ ਵਿੱਚੋਂ ਬਲ ਮਿਲਣ ਦੀ ਬਜਾਏ ਨਾ ਕਮਜ਼ੋਰੀਆਂ ਪੈਦਾ ਹੋ ਰਹੀਆਂ। ਫਿਰ ਤੁਸੀਂ ਗਲਤ ਤਰੀਕੇ ਨਾਲ ਸੁਕ੍ਰਿਤ ਨਹੀਂ, ਕੁਕ੍ਰਿਤ ਵਾਲੇ ਪਾਸੇ ਤੁਰਦੇ ਹੋ। ਜਾਇਜ਼ ਨਹੀਂ, ਨਾਜਾਇਜ਼ ਢੰਗ ਨਾਲ ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਯਤਨਸ਼ੀਲ ਹੁੰਦੇ। ਲੋੜਾਂ ਨਹੀਂ ਪੂਰੀਆਂ ਹੁੰਦੀਆਂ ਕਿਉਂਕਿ ਉਹ ਤ੍ਰਿਸ਼ਨਾ ਬਣ ਗਈਆਂ। ਉਹਨਾਂ ਨੇ ਇੱਕ ਬੇਸੰਜਮਾ ਗੈਰ ਕੁਦਰਤੀ ਰੂਪ ਅਖਤਿਆਰ ਕਰ ਲਿਆ। ਫਿਰ ਤੁਹਾਨੂੰ ਨੀਂਦ ਜਿਹੜੀ ਕਿ ਜ਼ਮੀਨ 'ਤੇ ਵੀ ਆ ਸਕਦੀ ਹੈ, ਕੱਪੜਾ ਜਿਹੜਾ ਹੈ ਤਨ ਨੂੰ ਢੱਕਣ ਵਾਸਤੇ, ਗਰਮੀ ਸਰਦੀ ਤੋਂ ਬਚਣ ਵਾਸਤੇ ਸਾਧਾਰਨ ਵੀ ਪਾ ਕੇ ਲੋੜ ਪੂਰੀ ਹੋ ਸਕਦੀ ਹੈ। ਪਦਾਰਥ, ਭੋਜਨ ਜਿਹੜਾ ਸਾਧਾਰਨ ਛੱਕ ਕੇ ਵੀ ਭੁੱਖ ਪੂਰੀ ਕੀਤੀ ਜਾ ਸਕਦੀ ਹੈ। ਮਹਾਰਾਜ ਕਹਿੰਦੇ ਜਦੋਂ ਇਹ ਚੀਜ਼ਾਂ ਤ੍ਰਿਸ਼ਨਾ ਬਣ ਜਾਣ ਨਾ, ਫਿਰ ਇਹਦਾ ਅੰਤ ਕੋਈ ਨਹੀਂ ਹੁੰਦਾ। ਔਰ ਮਹਾਰਾਜ ਨੇ ਬਾਣੀ ਵਿੱਚ ਤ੍ਰਿਸ਼ਨਾ ਨੂੰ ਅੱਗ ਦੇ ਨਾਲ ਤੁਲਨਾ ਦਿੱਤੀ ਹੈ। ਮਹਾਰਾਜ ਕਹਿੰਦੇ ਜਿਵੇਂ ਅੱਗ ਜਿੰਨੀਆਂ ਮਰਜ਼ੀ ਉਹਦੇ ਵਿੱਚ ਲੱਕੜਾਂ ਪਾਈ ਜਾਓ, ਬਾਲਣ ਪਾਈ ਜਾਓ, ਉਹ ਹੋਰ ਪ੍ਰਚੰਡ ਹੁੰਦੀ ਜਾਂਦੀ ਹੈ ਨਾ। ਇਸੇ ਤਰੀਕੇ ਨਾਲ ਹੀ ਜਿਹੜੀ ਸਾਡੇ ਅੰਦਰ ਪੈਦਾ ਹੋਈ ਤ੍ਰਿਸ਼ਨਾ ਹੈ ਨਾ, ਉਹ ਕਦੀ ਬੁਝਦੀ ਨਹੀਂ, ਕਦੀ ਮੁੱਕਦੀ ਨਹੀਂ। ਜ਼ਿੰਦਗੀ ਮੁੱਕ ਜਾਂਦੀ ਹੈ ਬੰਦੇ ਦੀ ਇਹ ਤ੍ਰਿਸ਼ਨਾ ਤੇ ਇਸ ਤ੍ਰਿਸ਼ਨਾ ਦੇ ਅਧੀਨ ਕੀਤੀ ਹੋਈ ਦੌੜ ਭੱਜ, ਉਹਦਾ ਕਿਤੇ ਅੰਤ ਨਹੀਂ ਹੁੰਦਾ। ਤੇ ਇਹ ਤ੍ਰਿਸ਼ਨਾ ਨਾ ਪੂਰੀ ਹੋਣ ਕਰਕੇ ਹੀ ਮਹਾਰਾਜ ਕਹਿੰਦੇ ਜਿੰਨੇ ਔਗਣ, ਜਿੰਨੀਆਂ ਬੁਰਾਈਆਂ, ਜਿੰਨੇ ਵਿਕਾਰ, ਗਲਤੀਆਂ
ਤੁਹਾਡੇ ਜੀਵਨ ਵਿੱਚ ਨਜ਼ਰ ਆਉਂਦੀਆਂ ਨਾ, ਉਹ ਇਹਦੇ ਕਰਕੇ ਹੈ। ਨਾਲ ਹੀ ਮਹਾਰਾਜ ਫਿਰ ਇਹ ਕਹਿੰਦੇ ਹੈ ਭਈ ਮੈਂ ਜਦੋਂ ਤੁਹਾਡੇ ਜੀਵਨ ਨੂੰ ਡਰਿਆ ਹੋਇਆ, ਚਿੰਤਾਤੁਰ, ਫਿਕਰਮੰਦ ਦੇਖਦਾ, ਬੇਚੈਨ ਅਸ਼ਾਂਤ ਦੇਖਦਾ, ਤਾਂ ਫਿਰ ਮੈਂ ਇਸ ਗੱਲ ਨੂੰ ਵਿਚਾਰਨ ਦਾ ਯਤਨ ਕਰਦਾ, ਕਿਉਂ ਮਨੁੱਖ ਵਾਹਿਗੁਰੂ ਜੀ ਦੀ ਰਾਮ ਅੰਸ਼ ਹੋਣ ਦੇ ਬਾਵਜੂਦ ਵੀ, ਉਸ ਸਤਚਿਤ ਆਨੰਦ ਵਾਹਿਗੁਰੂ ਜੀ ਦਾ ਜੋਤ ਸਰੂਪ ਹੋਣ ਦੇ ਬਾਵਜੂਦ ਵੀ ਉਸ ਵਾਹਿਗੁਰੂ ਜੀ ਵਾਲੇ ਰੂਹਾਨੀ ਆਨੰਦ ਤੋਂ ਵਾਂਝਾ ਕਿਉਂ ਰਹਿ ਜਾਂਦਾ? ਇਹਦੇ ਜੀਵਨ ਦੇ ਵਿੱਚ ਉੱਠਦਿਆਂ ਬੈਠਦਿਆਂ, ਕੰਮ ਕਾਜ ਕਰਦਿਆਂ, ਸੰਸਾਰ ਵਿੱਚ ਵਿਚਰਦਿਆਂ ਹੋਰ ਬਹੁਤ ਕੁਝ ਮਿਲ ਜਾਂਦਾ ਹੈ, ਆਨੰਦ ਕਿਉਂ ਗਵਾਚ ਜਾਂਦਾ? ਇਹ ਦੁਖੀ ਹੋ ਕੇ, ਚਿੰਤਾਤੁਰ ਹੋ ਕੇ, ਡਰਿਆ ਸਹਿਮਿਆ ਜੀਵਨ ਕਿਉਂ ਬਤੀਤ ਕਰਦਾ? ਇਹਦੇ ਕਾਰਨ ਕੀ ਨੇ? ਅੱਜ ਉਹਨਾਂ ਕਾਰਨਾਂ ਦਾ ਵੀ ਜ਼ਿਕਰ ਕੀਤਾ ਹੈ, ਤੇ ਉਹਨਾਂ ਕਾਰਨਾਂ ਤੋਂ ਨਿਜਾਤ ਹਾਸਲ ਕਰਨ ਵਾਸਤੇ ਵੀ ਸਾਡੀ ਅਗਵਾਈ ਕੀਤੀ ਹੈ। ਕੁਝ ਲੋੜਾਂ ਸਾਡੀਆਂ ਮੁੱਖ ਤੌਰ 'ਤੇ ਜਿਨ੍ਹਾਂ ਨੂੰ ਮਹਾਰਾਜ ਨੇ ਅੱਜ ਵਿਚਾਰ ਅਧੀਨ ਲਿਆਂਦਾ, ਪਹਿਲੀ ਹੈ ਖਾਣ ਪੀਣ ਦੀ, ਦੂਸਰੀ ਹੈ ਪਹਿਨਣ ਦੀ ਲੋੜ, ਤੀਸਰੀ ਹੈ ਰਹਿਣ ਬਸੇਰੇ ਦੀ ਲੋੜ, ਚੌਥੀ ਹੈ ਜਿਹੜਾ ਅਸੀਂ ਇਸ ਸੰਸਾਰ ਵਿੱਚ ਵਿਚਰਦੇ ਹਾਂ, ਸਵਾਰੀਆਂ ਦੇ ਸਾਧਨ, ਆਉਣ ਜਾਣ ਦੇ ਸਾਧਨ ਅਪਣਾਉਂਦੇ ਹਾਂ। ਥੋੜ੍ਹੀ ਦੂਰੀ 'ਤੇ ਜਾਣਾ ਹੋਵੇ ਪੈਦਲ ਵੀ ਚਲੇ ਜਾਣਾ, ਪਰ ਜੇ ਕਿਤੇ ਦੂਰ ਜਾਣਾ ਹੈ ਕੰਮਾਂ ਕਾਜਾਂ ਲਈ, ਕਿਤੇ ਹੋਰ ਜ਼ਿੰਮੇਵਾਰੀਆਂ ਦੇ ਲਈ, ਉਹਦੇ ਲਈ ਸਾਨੂੰ ਸਵਾਰੀ ਦੀ ਲੋੜ ਮਹਿਸੂਸ ਹੁੰਦੀ ਹੈ। ਉਹਦਾ ਮਹਾਰਾਜ ਨੇ ਅੱਜ ਜ਼ਿਕਰ ਕੀਤਾ। ਅਤੇ ਇੱਕ ਜ਼ਿਕਰ ਕੀਤਾ ਮਹਾਰਾਜ ਨੇ, ਇਹ ਸਰੀਰ ਜਦੋਂ ਕੰਮ ਕਾਜ ਕਰਦੇ ਹਾਂ, ਸੋਚਦੇ ਹਾਂ, ਵਿਚਾਰਦੇ ਹਾਂ, ਸਰੀਰ ਦੀ ਵਰਤੋਂ ਕਰਦੇ ਹਾਂ, ਥੱਕ ਜਾਂਦਾ ਇਹ ਸਰੀਰ, ਇਸ ਨੂੰ ਆਰਾਮ ਦੀ ਲੋੜ ਪੈਂਦੀ ਹੈ, ਨੀਂਦ ਦੀ ਲੋੜ ਪੈਂਦੀ ਹੈ। ਉਹਦਾ ਵੀ ਮਹਾਰਾਜ ਨੇ ਅੱਜ ਜ਼ਿਕਰ ਕੀਤਾ ਹੈ। ਸਾਹਿਬ ਕਹਿੰਦੇ ਸਭ ਕੁਛ ਬੜਾ ਕੁਦਰਤੀ ਹੈ, ਅਤੇ ਇਸ ਦੀ ਕੁਦਰਤੀ ਤਰੀਕੇ ਨਾਲ ਪੂਰਤੀ ਜਿਹੜੀ ਹੈ ਉਹ ਜ਼ਰੂਰੀ ਵੀ ਹੈ ਅਤੇ ਜਾਇਜ਼ ਵੀ ਹੈ, ਕਰਨੀ ਬਣਦੀ ਹੈ। ਮੈਂ ਆਪਣੇ ਸਿੱਖ ਨੂੰ ਮਹਾਰਾਜ ਕਹਿੰਦੇ ਵਿਹਲੜ ਹੱਥ ਅੱਡਦਾ ਭਿੱਖ ਮੰਗਾ ਨਹੀਂ ਦੇਖਣਾ ਚਾਹੁੰਦਾ। ਮੈਂ ਚਾਹੁੰਦਾ ਮੇਰੇ ਨਾਲ ਰਿਸ਼ਤਾ ਬਣਾਉਣ ਵਾਲਾ, ਮੇਰਾ ਸਿੱਖ ਕਹਾਉਣ ਵਾਲਾ ਵਿਅਕਤੀ ਇੱਥੇ ਕਿਰਤ ਕਰੇ, ਫਿਰ ਕੀਰਤ ਕਰੇ, ਅਤੇ ਕਿਰਤ ਅਤੇ ਕੀਰਤ ਦੇ ਇਸ ਉਦਮ ਉਪਰਾਲੇ ਵਿੱਚ ਜੋ ਕੁਛ ਉਹਨੂੰ ਮਿਲਿਆ, ਭਾਵੇਂ ਸਤਸੰਗ ਦੇ ਰੂਪ ਵਿੱਚ ਮਿਲਿਆ, ਬਾਣੀ ਦੇ ਰੂਪ ਵਿੱਚ ਮਿਲਿਆ, ਸਿਮਰਨ ਦੇ ਰੂਪ ਵਿੱਚ ਮਿਲਿਆ, ਅਤੇ ਕਿਰਤ ਦੇ ਵਿੱਚੋਂ ਜੋ ਕੁਛ ਧਨ ਦੌਲਤ ਪਦਾਰਥਾਂ ਦੇ ਰੂਪ ਵਿੱਚ ਮਿਲਿਆ, ਉਹ ਦੂਜਿਆਂ ਨਾਲ ਵੰਡ ਕੇ ਛਕੇ। ਉਹ ਖੁਦ ਗਰਜ਼ ਨਾ ਹੋਵੇ, ਉਹ ਪਰਉਪਕਾਰੀ ਬਣ ਕੇ ਜੀਵੇ। ਉਹ ਦੇਣ ਵਾਲੇ ਦਾ ਸ਼ੁਕਰ ਵੀ ਕਰੇ ਅਤੇ ਉਹਨੂੰ ਆਪਣੇ ਤੱਕ ਸੀਮਤ ਨਾ ਰੱਖੇ। ਧੰਨ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਨੇ ਇਸ ਨੂੰ ਨਾ ਕੇਵਲ ਉਪਦੇਸ਼ ਰੂਪ ਵਿੱਚ ਬਿਆਨ ਕੀਤਾ, ਬਲਕਿ ਇਸ ਨੂੰ ਅਮਲੀ ਰੂਪ ਦੇਣ ਵਾਸਤੇ ਕਰਤਾਰਪੁਰ ਸਾਹਿਬ ਦੀ ਨਗਰੀ ਵਸਾਈ। ਉੱਥੇ ਇਹ ਕਿਰਤ ਤੇ ਕੀਰਤ ਦਾ ਮਾਡਲ ਸਾਨੂੰ ਦਿੱਤਾ। ਉਹਦਾ ਨਾਮ ਰੱਖਿਆ ਕਰਤਾਰਪੁਰ। ਬੰਦਿਆਂ ਦੇ ਨਾਮ ਤੇ ਨਹੀਂ, ਕੋਈ ਹੋਰ ਸੰਸਾਰੀ ਨਾਮ ਨਹੀਂ ਦਿੱਤੇ। ਕਰਤਾ ਪੁਰਖ ਜੀ ਦਾ ਨਗਰ, ਵਾਹਿਗੁਰੂ ਜੀ ਦਾ ਨਗਰ, ਜਿਹਨੇ ਇਹ ਸਭ ਕੁਛ ਕੀਤਾ, ਦਿਸਦਾ ਅਣਦਿਸਦਾ ਪਸਾਰਾ, ਜਿਸ ਕਰਤਾਰ ਦੀ ਕਿਰਤ ਹੈ, ਉਸ ਦੇ ਨਾਮ ਤੇ ਇਹ ਨਗਰ ਵਸਾਇਆ ਕਰਤਾਰਪੁਰ। ਹੁਣ ਉਸ ਕਰਤਾਰਪੁਰ ਦੇ ਵਿੱਚ ਜ਼ਿੰਦਗੀ ਦੇ ਇਸ ਸੰਸਾਰਕ ਸਫ਼ਰ ਦੇ ਆਖਰੀ ਸਾਲਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਰਦੇ ਕੀ ਪਏ ਨੇ? ਸਾਹਿਬ ਅੰਮ੍ਰਿਤ ਵੇਲੇ ਉਸ ਨਗਰ ਵਿੱਚ ਆਉਣ ਵਾਲੇ, ਉੱਥੇ ਰਹਿਣ ਵਾਲੇ ਸਾਰਿਆਂ ਨੂੰ ਇੱਕ ਪ੍ਰੇਰਨਾ ਦਿੰਦੇ ਹੈ, ਹੋਕਾ ਦਿੰਦੇ ਹੈ ਕਿ ਭਾਈ ਇੱਥੇ ਘਰਾਂ ਵਿੱਚ ਸੁੱਤੇ ਨਹੀਂ ਰਹਿਣਾ, ਆਲਸੀ ਨਹੀਂ ਹੋਣਾ, ਦਲਿੱਦਰੀ ਨਹੀਂ ਹੋਣਾ, ਸਾਰੇ ਜਾਣੇ ਆਓ, ਅੰਮ੍ਰਿਤ ਵੇਲੇ ਆਪਾਂ ਬੈਠਾਂਗੇ ਸਾਰੇ।
उस करता पुरख दी जिहदे नाम ते ये नगरी वसाई है, उस करते दी किरत करांगे। भाई साहब भाई गुरदास जी इस मर्यादा दा, रोज़ाना दी इस क्रिया दा जिक्र करते हैं अपनी वारां दे विच कि करतारपुर रोज़ की हुंदा है। सोदर आरती गावी है, अमृत वेले जाप उचारा, ये करतारपुर दे विच रोज़ हुंदा है। वाहिगुरू जी दा सिमरन बाणी दे रूप विच, कीर्तन दे रूप विच, विचारां दे रूप विच चलदा। फिर गुरुदेव ये सारा कुछ करके फिर कहंदे हुण जो कुछ आपां ने कमाया बीजे है अनाज दे रूप विच, होर वस्तुआं दे रूप विच, आओ बैठ के आपां छकीए, नाश्ता करिए, ते हुण इस तों बाद की करिए, चलो सारे जाने कम्मां ते। जिहनूं जिहड़ी किरत आउंदी है उही किरत करे। मैं हल चलावांगा, ਜ਼ਮੀਨ ਤੇ ਜਾ ਕੇ इस करतारपुर ਦੇ ਵਿੱਚ ਧਰਤੀ ਤੇ ਹਲ ਚਲਾਵਾਂਗਾ, ਅੰਨ ਬੀਜਣ ਦਾ ਉਦਮ ਉਪਰਾਲਾ ਕਰਾਂਗਾ। ਤੁਹਾਡੇ ਵਿੱਚੋਂ ਜਿਹੜਾ ਮੇਰੇ ਨਾਲ ਆਉਣਾ ਚਾਹੁੰਦਾ ਮੇਰੇ ਨਾਲ ਆਵੇ, ਜਿਹਨੂੰ ਹੋਰ ਕੋਈ ਕੰਮ ਆਉਂਦਾ ਉਹ ਹੋਰ ਕੰਮ ਕਰੇ, ਵਣਜ ਵਪਾਰ ਕਰੇ, ਕੋਈ ਤਰਖਾਣਾ ਕੰਮ ਕਰੇ, ਕਿਸੇ ਹੋਰ ਨੂੰ ਜਿਹੜਾ ਕੰਮ ਆਉਂਦਾ ਉਹ ਇੱਥੇ ਕਰੇ, ਪਰ ਵਿਹਲੜ ਨਹੀਂ ਕਿਸੇ ਨੇ ਬੈਠਣਾ। ਮੈਂ ਵੀ ਕਿਰਤ ਕਰਾਂਗਾ, ਤੁਸੀਂ ਵੀ ਕਿਰਤ ਕਰਿਓ। ਫਿਰ ਦਿਨ ਵੇਲੇ ਪ੍ਰਸ਼ਾਦਾ ਛਕਾਂਗੇ, ਅਸੀਂ ਰੋਟੀ ਨਹੀਂ ਖਾਵਾਂਗੇ, ਲੰਗਰ ਛਕਾਂਗੇ। ਗੁਰੂ ਕੇ ਲੰਗਰ ਵਿੱਚ ਜਿਸ ਦਾ ਭਾਈ ਸਾਹਿਬ ਰਣਜੀਤ ਸਿੰਘ ਹੋਣੀ ਜ਼ਿਕਰ ਕਰ ਰਹੇ ਸੀ, ਇੱਥੇ ਰੋਟੀ ਨਹੀਂ ਪੱਕਦੀ, ਇੱਥੇ ਗੁਰੂ ਕਾ ਲੰਗਰ ਬਣਦਾ ਹੈ। ਔਰ ਇਸ ਗੱਲ ਦਾ ਗੁਰੂ ਪਿਆਰਿਓ ਬਹੁਤ ਗਹਿਰੇ ਦੇ ਵਿੱਚ ਸਾਨੂੰ ਬਿਨਾਂ ਦੇਰੀ ਕੀਤਿਆਂ ਵਿਚਾਰ ਕਰਨ ਦੀ ਲੋੜ ਹੈ। ਰੈਸਟੋਰੈਂਟਾਂ ਦੀਆਂ, ਘਰਾਂ ਦੀਆਂ ਰੋਟੀਆਂ ਵਿੱਚ ਭਾਵੇਂ ਉੱਥੇ 36 ਪਦਾਰਥ ਹੋਣ, ਤੇ ਗੁਰੂ ਘਰ ਦੇ ਵਿੱਚ ਬਣੇ ਹੋਏ ਲੰਗਰ ਵਿੱਚ ਫਰਕ ਕੀ ਹੈ? ਉੱਥੇ ਤੁਹਾਨੂੰ ਦੁਕਾਨ ਦੇ ਉੱਤੇ, ਰੈਸਟੋਰੈਂਟ ਦੇ ਵੱਡੇ ਵੱਡੇ 5 ਸਟਾਰ ਹੋਟਲਾਂ ਵਿੱਚ ਕੋਈ ਨਹੀਂ ਕਹਿੰਦਾ ਲੰਗਰ ਛਕ ਲਓ ਜੀ, ਪ੍ਰਸ਼ਾਦਾ ਛਕ ਲਓ ਜੀ। ਘਰ 'ਚ ਵੀ ਨਹੀਂ ਅਸੀਂ ਕਹਿੰਦੇ। ਨਾਸ਼ਤਾ ਕਰ ਲਓ ਜੀ, ਲੰਚ ਕਰ ਲਓ ਜੀ, ਡਿਨਰ ਕਰ ਲਓ ਜੀ, ਬ੍ਰੇਕਫਾਸਟ ਕਰ ਲਓ ਜੀ। ਲਫ਼ਜ਼ ਅਸੀਂ ਇਹ ਬਣਾ ਲਏ, ਰੋਟੀ ਖਾ ਲਓ ਜੀ, ਆਪਣੀ ਭਾਸ਼ਾ 'ਚ ਅਸੀਂ ਕਹਿੰਦੇ ਹਾਂ। ਕੋਈ ਨਹੀਂ ਕਹਿੰਦਾ ਗੁਰੂ ਕਾ ਲੰਗਰ ਛਕ ਲਓ, ਪਰ ਇੱਥੇ ਕੋਈ ਨਹੀਂ ਕਹਿੰਦਾ ਰੋਟੀ ਖਾ ਲਓ। ਗੁਰੂ ਘਰ ਦੇ ਵਿੱਚ ਆ ਕੇ ਕੋਈ ਨਹੀਂ ਕਹਿੰਦਾ ਇੱਥੇ ਡਿਨਰ ਕਰ ਲਓ ਜੀ, ਇੱਥੇ ਲੰਚ ਕਰ ਲਓ ਜੀ। ਇੱਥੇ ਭਾਵੇਂ ਸਵੇਰ ਦਾ ਸਮਾਂ ਹੋਵੇ, ਦੁਪਹਿਰ ਦਾ ਹੋਵੇ, ਸ਼ਾਮ ਦਾ ਹੋਵੇ, ਕੋਈ ਵੀ ਸਮਾਂ ਹੋਵੇ, ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਛਕ ਲਓ। ਇੱਥੇ ਰੋਟੀ ਵੀ ਨਹੀਂ ਲਫ਼ਜ਼ ਵਰਤਦਾ ਕੋਈ, ਪਾਣੀ ਵੀ ਨਹੀਂ ਲਫ਼ਜ਼ ਵਰਤਦਾ, ਪ੍ਰਸ਼ਾਦਾ ਛਕ ਲਓ, ਜਲ ਛਕ ਲਓ। ਇੱਥੇ ਭਾਸ਼ਾ ਬਦਲ ਗਈ, ਕੱਲੀ ਭਾਸ਼ਾ ਨਹੀਂ ਬਦਲੀ, ਇਹ ਕੋਈ ਲਫ਼ਜ਼ ਐਵੇਂ ਅਸੀਂ ਭਾਵੁਕ ਹੋ ਕੇ ਨਹੀਂ ਚੁਣੇ, ਸਾਨੂੰ ਗੁਰਮੁਖਾਂ ਨੇ ਦਿੱਤੇ। ਇਹਨਾਂ ਸ਼ਬਦਾਂ ਦੇ ਪਿੱਛੇ ਅਧਿਆਤਮਕ ਚੇਤਨਾ ਕੰਮ ਕਰਦੀ ਹੈ। ਇਹ ਲੰਗਰ ਇਸ ਕਰਕੇ ਹੈ, ਇਹ ਪਵਿੱਤਰ ਇਸ ਕਰਕੇ ਹੈ, ਇਹ ਸਤਿਕਾਰ ਕਰਨ ਯੋਗ ਇਸ ਕਰਕੇ ਹੈ। ਇਹਦਾ ਕਿਣਕਾ ਵੀ ਗਿਰ ਜਾਵੇ ਅਸੀਂ ਚੁੱਕਦੇ ਹਾਂ, ਭਾਵੇਂ ਅੱਧਾ ਸੜਿਆ ਜਾਂਦਾ ਕੱਚਾ ਵੀ ਹੋਵੇ, ਭਾਵੇਂ ਦਾਲ 'ਚ ਲੂਣ ਮਿਰਚ ਘੱਟ ਵੀ ਹੋਵੇ, ਭਾਵੇਂ ਵੱਧ ਵੀ ਹੋਵੇ, ਅਸੀਂ ਕਦੀ ਗਿਲੇ ਨਹੀਂ ਕਰਦੇ। ਇੱਥੇ ਹੱਥ 'ਤੇ ਵੀ ਛਕਣਾ ਪਵੇ ਅਸੀਂ ਸ਼ੁਕਰ ਕਰਕੇ ਛਕਦੇ ਹਾਂ। ਇਹ ਗੁਰੂ ਕਾ ਪ੍ਰਸ਼ਾਦ ਹੈ। ਕਿਉਂ? ਇਹਨੂੰ ਜਦੋਂ ਬਣਾਇਆ ਗਿਆ, ਇਹਨੂੰ ਇੱਥੇ ਅਨਾਜ ਦੇ ਰੂਪ ਵਿੱਚ, ਇੱਥੇ ਦਾਲ ਸਬਜ਼ੀਆਂ ਦੇ ਰੂਪ ਵਿੱਚ, ਮਿਰਚ ਮਸਾਲਿਆਂ ਦੇ ਰੂਪ ਵਿੱਚ ਜਦੋਂ ਲਿਆਂਦਾ ਗਿਆ, ਲਿਆਉਣ ਵਾਲੇ ਜਿਹੜੇ ਉਹ ਗੁਰੂ ਪਿਆਰ ਵਿੱਚ ਲਿਆ ਰਹੇ ਨੇ, ਸਤ ਸੰਗੀਆਂ ਦੇ ਪਿਆਰ ਵਿੱਚ ਲੈ ਕੇ ਆ ਰਹੇ ਨੇ, ਗੁਰੂ ਦਾ ਸ਼ੁਕਰ ਕਰਨ ਵਾਸਤੇ ਉਹ ਰਸ ਪਾਣੀ ਲੈ ਕੇ ਆ ਰਹੇ ਨੇ। ਤੇ ਜਿਹੜੇ ਬਣਾਉਣ ਵਾਲੇ ਨੇ ਉਹਨਾਂ ਨੇ ਵੀ ਗੁਰੂ ਗੁਰੂ ਕਰਕੇ ਗੁਰੂ ਦੇ ਪਿਆਰ ਵਿੱਚ, ਗੁਰੂ ਦੀਆਂ ਸੰਗਤਾਂ ਦੇ ਪਿਆਰ ਵਿੱਚ ਤਿਆਰ ਕੀਤਾ। ਤੇ ਵੰਡਣ ਵਾਲਿਆਂ ਨੇ ਵੀ ਸਤਨਾਮ ਵਾਹਿਗੁਰੂ ਕਰਕੇ ਪਿਆਰ ਨਾਲ ਪੰਗਤਾਂ ਵਿੱਚ ਬਿਠਾ ਕੇ ਲੰਗਰ ਛਕਾਇਆ। ਫਿਰ ਇੱਥੇ ਅਕਬਰ ਵਰਗਾ ਬਾਦਸ਼ਾਹ ਆ ਗਿਆ, ਭਾਵੇਂ ਕੋਈ ਸੰਸਾਰ ਦਾ ਕੋਈ ਵੱਡਾ ਅਫਸਰ ਕਹਾਉਣ ਵਾਲਾ ਅਮੀਰ ਵਜ਼ੀਰ ਆ ਗਿਆ, ਤੇ ਭਾਵੇਂ ਸੰਸਾਰ ਦੀਆਂ ਨਿਗਾਹਾਂ ਦੇ ਵਿੱਚ ਨਖਿੱਧ ਨੀਵੀਂ ਜ਼ਾਤ ਦਾ ਕਿਹਾ ਜਾਣ ਵਾਲਾ ਹੰਕਾਰੀ ਲੋਕਾਂ ਵੱਲੋਂ ਉਹ ਆ ਗਿਆ। ਕਿਸੇ ਦੇ ਕੱਪੜੇ ਮੈਲੇ ਨੇ, ਕੋਈ ਬਹੁਤ ਲੋੜਵੰਦ, ਉਹ ਵੀ ਨਾਲ ਬਿਠਾਇਆ ਜਾਂਦਾ। ਜਿੱਥੇ ਨਹੀਂ ਬਿਠਾਇਆ ਜਾਂਦਾ, ਖਿਮਾ ਕਰਨਾ, ਉਹ ਲੰਗਰ ਨਹੀਂ ਹੈ, ਉਹ ਗੁਰੂ ਕਾ ਲੰਗਰ ਨਹੀਂ ਹੈ। ਉਹ ਬਿਠਾਉਣ ਵਾਲੇ ਵੀ ਜਿਹੜੇ, ਉਹ ਮੈਂ ਗੁਰੂ ਦੇ ਭੈ ਵਿੱਚ ਕਹਿ ਰਹੇ ਹਾਂ, ਉਹ ਸਿੱਖ ਨਹੀਂ ਹਨ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਮਾਡਲ ਜਿਹੜਾ ਹੈ, ਉਹਨਾਂ ਦਾ ਦਿੱਤਾ ਹੋਇਆ ਜਿਹੜਾ ਉਪਦੇਸ਼ ਰੂਪ ਅਮਲੀ ਕਾਰਜ ਹੈ, ਗੁਰੂ ਨਾਨਕ ਸਾਹਿਬ ਦੇ ਤਿਆਰ ਕੀਤੇ ਹੋਏ ਲੰਗਰ ਦੇ ਵਿੱਚ
हर गरीब गुरबा कहा जाने वाला, हर नीवी जात का संसारक तौर पर अखौती तौर पर कहा जाने वाला, भावें कोई हाकम है, वो आके बैठता है तो बराबर बैठता है तो उन्होंने मिलता भी बराबर है। ਉਹੀ कुछ अमीर वजीर ਨੂੰ हाकम ਨੂੰ मिलता है, ਉਹੀ किसी लोड़वंद गरीब कहे जाने वाले ਨੂੰ मिलता है। कोई वखरेवा नहीं। बैठण की भी इक्को ही मर्यादा, छकण की भी इक्को मर्यादा, दिते जाण की भी इक्को मर्यादा। इस करके रोटियां दे विच ते लंगर विच फर्क है। भावें वो घर दीयां रोटियां ने ते भावें वो रेस्टोरेंटां बणीਆਂ होईयां रोटियां ने। उत्थे खाण दे वेले साडे मन दे विच एहसास फुरने होर ने। इत्थे बैठ के जदों असीं लंगर छकदे हां उहदे पिछे फुरने होर तरह दे, साडे अंदर दी भावना होर तरह दी, मन दी अवस्था होर तरह दी है। इहनूं ध्यान च रखण दी लोड़ है। इसे करके भाई साहब ने जिहड़ी ये गल आखी ना कि बाहर वंडियां ना पाओ, इत्थे लिआओ जो कुछ लिआउणा है, इत्थे साझा बने। गुरु नानक पातशाह दे करतारपुर विच ये कदी नहीं सी हुंदा। बथेरे अमीर सीगे, ਵੱਡੇ ਵੱਡੇ ਧਨਾੜ, ਭਾਈ ਸਾਹਿਬ ਮਨਸੁਖ ਵਰਗੇ, ਭਾਈ ਸਾਹਿਬ ਭਖਾਰੀ ਜੀ ਵਰਗੇ ਬੜੇ ਬੜੇ ਧਨਾੜ ਸੀਗੇ ਗੁਰੂ ਦਰਬਾਰ ਵਿੱਚ। ਭਾਈ ਪੈੜਾ ਮੋਖਾ ਜੀ ਵਰਗੇ, ਭਾਈ ਜਿੱਤੇ ਜੀ ਵਰਗੇ ਬੜੇ ਬੜੇ ਧਨਾੜ ਗੁਰੂ ਕੇ ਸਿੱਖ ਸੀ। ਪਰ ਉਹਨਾਂ ਨੂੰ ਕਦੀ ਆਪਣੀ ਅਮੀਰੀ ਦਾ ਹੰਕਾਰ ਨਹੀਂ ਸੀ। ਕਦੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਤੋਂ ਆਪਣੇ ਵੱਖਰੇ ਲੰਗਰ ਨਹੀਂ ਸੀ ਚਲਾਏ। ਵੰਡੀਆਂ ਪਾ ਕੇ ਉਹਨਾਂ ਨੇ ਕੋਈ ਵੱਖਰਾ ਕੁਛ ਨਹੀਂ ਕੀਤਾ। ਅਸੀਂ ਤੇ ਨਾ ਲੰਗਰਾਂ ਨੂੰ ਲੰਗਰ ਰਹਿਣ ਦਿੱਤਾ ਹੈ। ਆ ਨਗਰ ਕੀਰਤਨਾਂ ਦੇ ਵਿੱਚ ਵੀ ਅਸੀਂ ਜੋ ਕੁਛ ਦਿਖਾਵੇ ਕਰ ਰਹੇ ਹਾਂ ਉਹਨੂੰ ਉਹਦਾ ਵੀ ਵਪਾਰੀਕਰਨ ਕਰਤਾ। ਉਸ ਦੇ ਅੰਦਰ ਦੀ ਸੂਚਮਤਾ ਵੀ ਅਸੀਂ ਦਾਅ 'ਤੇ ਲਾ ਦਿੱਤੀ। ਅੱਜ ਜੋ ਨਤੀਜੇ ਨੇ, ਮੈਂ ਅਕਸਰ ਬੇਨਤੀ ਕਰਦਾ ਹੁੰਦਾ ਪੀੜਤ ਮਨ ਦੇ ਨਾਲ, ਨਗਰ ਕੀਰਤਨ ਨਿਕਲ ਰਿਹਾ, ਇੱਕ ਦਿਨ ਪਹਿਲਾਂ ਸੜਕਾਂ ਸਾਫ਼, ਅਤੇ ਜਿੱਦਣ ਨਗਰ ਕੀਰਤਨ ਨਿਕਲਿਆ ਅਗਲੇ ਦਿਨ ਲੋਕੀ ਲੰਘਦੇ ਹੋ, ਭਾਈ ਕੱਲ੍ਹ ਤੇ ਚੰਗੀ ਤਰ੍ਹਾਂ ਚੰਗੀ ਭਲੀ ਸੜਕ ਸਾਫ਼ ਸੀਗੀ, ਆ ਹੁਣ ਕੀ ਹੋ ਗਿਆ, ਇੰਨਾ ਗੰਦ ਕਿੱਦਾਂ ਪੈ ਗਿਆ? ਜੀ ਸਿੱਖਾਂ ਨੇ ਨਗਰ ਕੀਰਤਨ ਕੱਢਿਆ ਸੀ ਆਪਣੇ ਗੁਰੂ ਦੇ ਪਿਆਰ ਵਿੱਚ, ਹੀ ਗੰਦ ਉਹਦੇ ਕਰਕੇ ਪੈ ਗਿਆ। ਉੱਥੇ ਹੀ ਖਾਧਾ, ਉੱਥੇ ਹੀ ਸੁੱਟਤਾ। ਕੁਛ ਸਿੱਖ ਸੁਚੇਤ ਹੋਣ ਲੱਗੇ ਨੇ, ਕੁਛ ਕਾਨੂੰਨੀ ਕਾਰਨਾਂ ਕਰਕੇ ਅਤੇ ਕੁਛ ਅੰਦਰ ਦੇ ਪਿਆਰ ਕਰਕੇ। ਪਰ ਨਹੀਂ, ਇਹ ਸ਼ਰਮ ਦੀ ਗੱਲ ਹੈ, ਸਾਡੇ ਵਾਸਤੇ ਨਹੀਂ ਹੋਣਾ ਚਾਹੀਦਾ। ਪਰ ਲਾਪਰਵਾਹੀਆਂ ਅਜੇ ਵੀ ਬਹੁਤ ਜ਼ਿਆਦਾ ਨੇ। ਨਗਰ ਕੀਰਤਨਾਂ ਵੇਲੇ ਗੁਰੂ ਸਾਹਿਬ ਦੀਆਂ ਪਾਲਕੀਆਂ ਅੱਗੇ ਝਾੜੂ ਲੈ ਕੇ ਫੋਟੋਆਂ ਖਿਚਵਾਉਣੀਆਂ, ਵੀਡੀਓ ਬਣਾ ਲੈਣੀਆਂ, ਉਹ ਚੱਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅੱਗੇ ਝਾੜੂ ਲੈ ਕੇ ਪਾਣੀ ਛਿੜਕਾ ਰਹੇ ਨੇ, ਝਾੜੂ ਦੇ ਰਹੇ ਨੇ, ਅਤੇ ਭਾਵੇਂ ਧੂੜ ਘੱਟਾ ਉੱਪਰ ਪੈ ਰਿਹਾ। ਮੈਨੂੰ ਖਿਮਾ ਕਰ ਦੇਣਾ, ਮੈਂ ਇਹਦੇ ਲਈ ਇਸ ਤਰ੍ਹਾਂ ਦੇ ਲਫ਼ਜ਼ ਵਰਤ ਰਿਹਾ। ਪਰ ਇਹ ਸਾਰਾ ਕੁਛ ਅਸੀਂ ਫੋਟੋਆਂ ਖਿਚਾਉਣ ਵਾਸਤੇ, ਵੀਡੀਓ ਬਣਾ ਕੇ ਦਿਖਾਉਣ ਵਾਸਤੇ ਕਰਤਾ। ਗੁਰੂ ਦਾ ਪਿਆਰ ਮਨਫੀ ਹੋ ਜਾਂਦਾ ਇਹਦੇ ਵਿੱਚੋਂ। ਭਾਈ ਜਦੋਂ ਨਗਰ ਕੀਰਤਨ ਲੱਗ ਗਿਆ ਫਿਰ ਝਾੜੂ ਦੇਣ ਦੀ ਲੋੜ ਨਹੀਂ। ਫਿਰ ਜਿਹੜੇ ਆ ਰਹੇ ਨੇ ਉਹ ਵਾਹਿਗੁਰੂ ਦੇ ਸਾਜੇ ਮਨੁੱਖ ਨਹੀਂ, ਉਹਨਾਂ ਨੂੰ ਸਫਾਈ ਦੀ ਲੋੜ ਨਹੀਂ। ਤੁਸੀਂ ਗੰਦ ਪਾ ਕੇ ਚਲੇ ਗਏ। ਗੁਰੂ ਨੇ ਇਹੀ ਆਗਿਆ ਕੀਤੀ ਸਨ। ਮੈਂ ਇਸ ਕਰਕੇ ਬੇਨਤੀ ਕੀਤੀ, ਜਦੋਂ ਵੀ ਅਸੀਂ ਅਵੇਸਲੇਪਣ ਵਿੱਚ, ਬੇਧਿਆਨੇਪਣ ਦੇ ਵਿੱਚ ਬੇਸੰਜਮੇ ਹੁੰਦੇ ਹਾਂ, ਲਾਪਰਵਾਹ ਹੁੰਦੇ ਹਾਂ, ਉਦੋਂ ਸਾਡੇ ਕੋਲੋਂ ਗਲਤੀਆਂ ਹੁੰਦੀਆਂ ਨੇ। ਔਰ ਉਹੋ ਹੀ ਗਲਤੀਆਂ ਜਿਹੜੀਆਂ ਨੇ ਮਹਾਰਾਜ ਕਹਿੰਦੇ ਜੇ ਨਾ ਸੁਧਾਰੀਆਂ ਜਾਣ ਫਿਰ ਉਹ ਸਾਡੀਆਂ ਆਦਤਾਂ ਬਣ ਜਾਂਦੀਆਂ ਨੇ, ਉਹ ਵਿਕਾਰ ਬਣ ਜਾਂਦੇ ਨੇ, ਅਤੇ ਉਹਦੇ ਵਿੱਚੋਂ ਜਿਹੜੇ ਨਤੀਜੇ ਨਿਕਲਦੇ ਆ ਨਾ ਉਹ ਕਦੀ ਵੀ ਆਨੰਦਦਾਇਕ ਨਹੀਂ ਨਿਕਲਦੇ, ਕਦੀ ਵੀ ਮਾਣ ਕਰਨ ਯੋਗ ਨਹੀਂ ਨਿਕਲਦੇ। ਉਹਨਾਂ ਦੇ ਕਰਕੇ ਉਹ ਭਾਵੇਂ ਗੁਰੂ ਦੇ ਨਾਮ 'ਤੇ ਕੀਤੇ ਜਾਣ, ਰੱਬ ਦੇ ਨਾਮ 'ਤੇ ਕੀਤੇ ਜਾਣ, ਉਹਦੇ ਵਿੱਚੋਂ ਸੁੱਖ ਨਹੀਂ ਨਿਕਲਦਾ, ਹੋਰ ਬਹੁਤ ਕੁਛ ਨਿਕਲ ਸਕਦਾ। ਅੱਜ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਸ ਪੱਖੋਂ ਸੁਚੇਤ ਕਰਕੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਕਿਰਤ, ਉਹਦਾ ਸ਼ੁਕਰਾਨਾ, ਉਹਦੇ ਸ਼ੁਕਰਗੁਜ਼ਾਰ ਹੋਣਾ ਅਤੇ ਉਸ ਦੀ ਪਿਆਰ ਯਾਦ ਨੂੰ ਆਪਣੀ ਸੁਰਤੀ ਬਿਰਤੀ ਵਿੱਚ ਦ੍ਰਿੜ ਕਰਕੇ ਫਿਰ ਕਿਰਤ ਕਰਦਿਆਂ ਹੋਇਆਂ ਆਪਣੇ ਸਰੀਰ ਦੀ ਪਾਲਣਾ ਪੋਸਣਾ, ਪਰਿਵਾਰ ਦੀ ਪਾਲਣਾ ਪੋਸਣਾ, ਉਹਦੇ ਫਰਜ਼ ਅਦਾ ਕਰਨ ਅਤੇ ਸੰਸਾਰ ਦੇ ਵਿੱਚ ਵੰਡ ਕੇ ਛਕਣ, ਪਰਉਪਕਾਰੀ ਬਿਰਤੀ ਦੇ ਅਧੀਨ ਇਸ ਤਰ੍ਹਾਂ ਦਾ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਹੈ। ਅਤੇ ਨਾਲ ਹੀ ਆਖਿਆ ਕਿ ਜੇ ਇਸ ਤਰ੍ਹਾਂ ਨਹੀਂ ਕਰੋਗੇ ਅਤੇ ਇੱਕ ਗੱਲ ਯਾਦ ਰੱਖਿਓ, ਮਹਾਰਾਜ ਕਹਿੰਦੇ ਮੇਰਾ ਜੀਵਨ ਅਨੁਭਵੀ, ਕਹਿੰਦੇ ਮੈਂ ਤੁਹਾਡੇ ਸੰਸਾਰ ਦੇ ਲੋਕਾਂ ਦੇ ਜੀਵਨ ਨੂੰ ਦੇਖਿਆ, ਵੱਡੇ ਤੋਂ ਵੱਡੇ ਸ਼ਾਹ ਬਾਦਸ਼ਾਹ ਕਹਾਉਣ ਵਾਲੇ, ਅਮੀਰ ਵਜ਼ੀਰ ਕਹਾਉਣ ਵਾਲੇ, ਵੱਡੇ ਵੱਡੇ ਪੰਡਿਤ ਵਿਦਵਾਨ ਵਿਚਾਰਵਾਨ ਕਹਾਉਣ ਵਾਲੇ, ਮਹਿਲ ਮਾੜੀਆਂ ਦੇ ਮਾਲਕ, ਧਰਮ ਦੇ ਨਾਮ ਦੇ ਉੱਤੇ ਆਪਣੀ ਪੂਜਾ ਮਾਨਤਾ ਕਰਾਉਣ ਵਾਲੇ,
ਆਪਣੇ ਸੁਖ ਸਾਧਨਾ ਵਾਲੇ ਪਾਸੇ ਤੁਰ ਕੇ ਤਾਂ ਧਰਮ ਦਾ ਵਪਾਰੀਕਰਨ ਕਰਨ ਵਾਲੇ ਬਹੁਤ ਨੇ, ਜਿਨ੍ਹਾਂ ਨੇ ਸਮਾਜ ਨੂੰ ਗੁੰਮਰਾਹ ਕੀਤਾ, ਸਮਾਜ ਵਿੱਚ ਵੰਡੀਆਂ ਪਾਈਆਂ ਆਪਣੀਆਂ ਗਰਜ਼ਾਂ ਕਰਕੇ। ਮੈਂ ਉਹਨਾਂ ਦਾ ਜੀਵਨ ਵੀ ਮਹਾਰਾਜ ਕਹਿੰਦੇ ਦੇਖੇ ਹੈ, ਆਨੰਦ ਹੈ ਨਹੀਂ ਉੱਥੇ ਵੀ, ਸੁੱਖ ਹੈ ਨਹੀਂ। ਇਸ ਕਰਕੇ ਗੁਰੂਦੇਵ ਕਹਿੰਦੇ ਮੇਰੇ ਕੋਲ ਚੱਲ ਕੇ ਆਉਣ ਵਾਲਿਓ, ਗੁਰੂ ਦੇ ਸਿੱਖ ਕਹਾਉਣ ਵਾਲਿਓ, ਦੁਨੀਆ ਦੀ ਭੀੜ ਵਿੱਚੋਂ ਨਿਕਲੋ। ਉਹ ਜਿਹੜੀ ਦੁਨਿਆਵੀ ਬਿਰਤੀਆਂ ਵਾਲੀ ਸੋਚ ਹੈ ਨਾ, ਉਹਨੂੰ ਗੁਰੂ ਦੀ ਮੱਤ ਦੇ ਨਾਲ ਜੋੜ ਕੇ ਗੁਰੂ ਵਾਲੀ, ਗੁਰਮੁਖਾਂ ਵਾਲੀ ਸੋਚ ਮਨੋ ਅਵਸਥਾ ਦੇ ਧਾਰਨੀ ਬਣੋ। ਫਰਮਾਨ ਕਰਦੇ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਸਭ ਰਸ ਮਿੱਠੇ ਮੰਨਿਐ ਸੁਣਿਐ ਸਾਲੋਂ ਹੈ। ਬਹੁਤ ਗਹਿਰ ਗੰਭੀਰ ਬਚਨ ਹੈ ਗੁਰੂ ਪਿਆਰਿਓ, ਅਤ ਬਿਸਮਾਦੀ ਬਚਨ ਹੈ, ਬਹੁਤ ਇਕਾਗਰ ਹੋ ਕੇ ਇਹਨੂੰ ਵਿਚਾਰਨ ਦੀ ਲੋੜ ਹੈ। ਦਾਤਾਰ ਪਾਤਸ਼ਾਹ ਕਹਿੰਦੇ ਦੇਖੋ ਇਹ ਸਰੀਰ ਬਣਾਇਆ ਸਾਡਾ, ਇਹਦੇ ਵਿੱਚ ਭੁੱਖ ਵੀ ਪੈਦਾ ਕੀਤੀ। ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਜਿਹੜੀ ਤਾਕਤ ਚਾਹੀਦੀ ਹੈ, ਉਹਦੀ ਤਾਕਤ ਭੋਜਨ ਵਿੱਚੋਂ ਮਿਲਣੀ ਹੈ, ਪੀਣ ਵਾਲੇ ਪਦਾਰਥਾਂ 'ਚੋਂ ਮਿਲਣੀ ਹੈ। ਇਹ ਪਦਾਰਥ ਮਿਲਣ ਭੋਜਨ ਦੇ ਰੂਪ ਵਿੱਚ, ਇਹ ਸਰੀਰ ਦੀ ਕੁਦਰਤੀ ਲੋੜ ਹੈ। ਪਰ ਇੱਕ ਹੋਰ ਬਿਸਮਾਦੀ ਵਰਤਾਰਾ ਗੁਰੂਦੇਵ ਨੇ ਇਸ ਸਰੀਰ ਦੇ ਵਿੱਚ ਪੈਦਾ ਕਰਤਾ। ਆ ਛੋਟਾ ਜਿਹਾ ਮਾਸ ਦਾ ਲੋਥੜਾ ਜਿਹਨੂੰ ਅਸੀਂ ਜੀਵ ਆਖਦੇ ਹਾਂ, ਇਹ ਲਾਤੀ ਸਾਡੇ। ਇਹ ਹੈਰਾਨ ਕੁਨ ਕਰਤਾ ਪੁਰਖ ਦੀ ਕਿਰਤ ਹੈ। ਇਸ ਨੇ ਉਸ ਪਦਾਰਥ ਨੂੰ ਜਿਹੜਾ ਅਸੀਂ ਭੋਜਨ ਰੂਪ ਵਿੱਚ ਛਕਿਆ ਜਾਂ ਤਰਲ ਪਦਾਰਥ ਦੇ ਰੂਪ ਵਿੱਚ ਪੀਤਾ, ਉਹਨੂੰ ਕੇਵਲ ਸਰੀਰ ਅੰਦਰ ਧਾਰਨ ਕਰਕੇ ਅੰਦਰ ਲੰਘਾਉਣ ਦਾ ਹੀ ਕੰਮ ਨਹੀਂ ਕੀਤਾ। ਉਹਦੇ ਅੰਦਰ ਜਿਹੜੇ ਸਵਾਦ ਨੇ, ਰਸ ਨੇ, ਉਹਨੂੰ ਰਸ ਨੂੰ ਮਾਨਣ ਦਾ ਵੀ ਇਹਦੇ ਅੰਦਰ ਬਲ ਪੈਦਾ ਕੀਤਾ ਹੈ। ਇਹ ਪਦਾਰਥ ਮਿੱਠਾ ਹੈ, ਇਹ ਪਦਾਰਥ ਲੂਣਾ ਹੈ, ਇਹ ਪਦਾਰਥ ਖੱਟਾ ਹੈ, ਇਹ ਪਦਾਰਥ ਕਸੈਲਾ ਹੈ, ਕੌੜਾ ਹੈ, ਇਹ ਫਿੱਕਾ ਹੈ, ਇਹ ਬੇਸਵਾਦਾ ਹੈ, ਇਹ ਬਹੁਤ ਸਵਾਦ ਹੈ। ਇਹ ਸਾਰੀ ਤਾਕਤ ਸਮਰੱਥਾ ਇਸ ਛੋਟੀ ਜਿਹੀ ਮਾਸ ਦੀ ਜੀਭ ਦੇ ਵਿੱਚ ਪਾ ਦਿੱਤੀ ਹੈ। ਹੁਣ ਇਹ ਕਿਉਂ ਪਾਇਆ, ਇਹ ਕਰਤਾ ਪੁਰਖ ਜਾਣੇ। ਪਰ ਗੁਰੂਦੇਵ ਕਹਿੰਦੇ ਇਸੇ ਹੀ ਜੀਭ ਦੀ ਇਸ ਸਮਰੱਥਾ ਨੂੰ ਧਿਆਨ ਵਿੱਚ ਰੱਖਦਿਆਂ ਮਨੁੱਖਾਂ ਨੇ ਨਾ ਕੇਵਲ ਭੋਜਨ ਦੀ ਲੋੜ ਪੂਰੀ ਕਰਨ ਵਾਸਤੇ ਉਦਮ ਕੀਤਾ, ਭੋਜਨ ਸਵਾਦਲਾ ਵੀ ਹੋਵੇ, ਰਸਦਾਇਕ ਵੀ ਹੋਵੇ, ਚੰਗਾ ਵੀ ਲੱਗੇ, ਖਾਣ ਵੇਲੇ ਮਨ ਭਾਉਂਦਾ ਵੀ ਲੱਗੇ, ਇਹ ਵੀ ਲੋੜ ਦੀ ਪੂਰਤੀ ਵਾਸਤੇ ਯਤਨ ਸ਼ੁਰੂ ਕੀਤੇ। ਕਿਉਂਕਿ ਜੀਭ ਦੀ ਲੋੜ ਕੁਦਰਤ ਨੇ ਇਸ ਦੇ ਵਿੱਚ ਪਾ ਦਿੱਤੀ ਸਮਰੱਥਾ, ਵੀ ਸਵਾਦਲਾ ਵੀ ਚਾਹੀਦਾ, ਭੋਜਨ ਵੀ ਹੋਵੇ ਪਰ ਭੋਜਨ ਸਵਾਦਲਾ ਵੀ ਹੋਵੇ। ਇਸ ਤਰ੍ਹਾਂ ਆਪਣੀ ਆਪਣੀ ਪਸੰਦ ਮੁਤਾਬਕ ਕਿਸੇ ਨੂੰ ਮਿੱਠਾ ਚੰਗਾ ਲੱਗਦਾ, ਕਿਸੇ ਨੂੰ ਲੂਣਾ ਚੰਗਾ ਲੱਗਦਾ, ਕੋਈ ਖੱਟੇ ਨੂੰ ਜ਼ਿਆਦਾ ਮਹਾਰਾਜ ਕਹਿੰਦੇ ਸਾਰਾ ਕੁਝ ਇੱਥੇ ਪੈਦਾ ਹੋਇਆ ਹੋਇਆ ਇਸ ਜੀਭ ਤੇ, ਕਰੋ ਪੂਰੇ। ਪਰ ਕਰਨ ਲੱਗਿਆਂ ਇੱਕ ਗੱਲ ਦਾ ਖਿਆਲ ਰੱਖਿਓ, ਇਸ ਕੁਦਰਤੀ ਲੋੜ ਦੀ ਪੂਰਤੀ ਦੇ ਵਾਸਤੇ ਜਿਹੜਾ ਉਦਮ ਕਰੋ ਉਹ ਇਹਨਾਂ ਹੱਥਾਂ ਪੈਰਾਂ ਨਾਲ ਕਰੋਗੇ, ਇਹਨਾਂ ਅੱਖਾਂ ਦੀ ਦ੍ਰਿਸ਼ਟੀ ਨੂੰ ਵਰਤ ਕੇ ਕਰੋਗੇ, ਕੰਨਾਂ ਦੀ ਸੁਣਨ ਸ਼ਕਤੀ ਨੂੰ ਬੋਲ ਕੇ ਕਰੋਗੇ, ਜੀਭ ਦੀ ਬੋਲਣ ਸ਼ਕਤੀ ਨੂੰ ਵਰਤ ਕੇ ਕਰੋਗੇ, ਹੱਥਾਂ ਪੈਰਾਂ ਨਾਲ ਕਰੋਗੇ। ਪਰ ਇਹ ਸਾਰੇ ਕੁਛ ਜਿਹੜੇ ਵਾਹਿਗੁਰੂ ਨੇ ਦਾਤਾਂ ਦੇ ਰੂਪ ਵਿੱਚ ਸਾਨੂੰ ਦਿੱਤੇ ਨੇ ਨਾ ਸਾਧਨ, ਇਹਨਾਂ ਨੂੰ ਵਰਤਣ ਲੱਗਿਆਂ ਬੇਧਿਆਨੇ ਨਾ ਹੋਇਓ, ਅਵੇਸਲੇ ਨਾ ਹੋਇਓ, ਲਾਪਰਵਾਹ ਨਾ ਹੋਇਓ। ਨਹੀਂ ਤੇ ਜੇ ਤੁਸੀਂ ਇਹਨਾਂ ਲੋੜਾਂ ਦੀ ਪੂਰਤੀ ਕਰਦੇ ਕਰਦੇ ਕਿਤੇ ਆਪਣੀਆਂ ਲੋੜਾਂ ਨੂੰ ਗੈਰ ਕੁਦਰਤੀ ਰੂਪ ਦੇ ਲਿਆ, ਇਹ ਤ੍ਰਿਸ਼ਨਾ ਬਣ ਗਈ ਨਾ ਜੇ ਤੁਹਾਡੀ ਭੁੱਖ, ਤਾਂ ਫਿਰ ਯਾਦ ਰੱਖਿਓ ਜਿੰਨਾ ਮਰਜ਼ੀ ਖੱਟ ਕਮਾ ਲਿਓ ਇਸ ਧਰਤੀ ਤੇ ਰਹਿੰਦੇ ਆ, ਕਦੀ ਰਜੇਵਾਂ ਨਹੀਂ ਆਏਗਾ, ਤ੍ਰਿਪਤੀ ਨਹੀਂ ਆਏਗੀ, ਸੰਤੋਖ ਨਹੀਂ ਆਏਗਾ। ਤੇ ਜੇ ਰਜੇਵਾਂ ਨਹੀਂ ਤੇ ਫਿਰ ਸ਼ਿਕਵਾ ਹੈ। ਜਿੱਦਣ ਤ੍ਰਿਪਤੀ ਮਹਿਸੂਸ ਕਰਾਂਗੇ ਸ਼ੁਕਰਾਨਾ ਉਦੋਂ ਹੀ ਨਿਕਲਣਾ ਹੈ। ਜਿੱਦਣ ਰੋਟੀ ਖਾਂਦੇ ਹਾਂ ਘਰ ਬੈਠ ਕੇ, ਕਿਸੇ ਦੇ ਕੋਲ ਬੈਠ ਕੇ ਖਾਂਦੇ ਹਾਂ, ਬੜਾ ਸਵਾਦਲਾ ਬਣਾਇਆ ਜੀ ਭੋਜਨ, ਕਹਿੰਦੇ ਥੋੜ੍ਹਾ ਜਿਹਾ ਹੋਰ ਲੈ ਲਓ, ਨਹੀਂ ਜੀ ਬਸ ਹੁਣ ਭੁੱਖ ਮਿਟ ਗਈ, ਰੱਜ ਗਿਆ, ਹੁਣ ਥੋੜ੍ਹਾ ਜਿਹਾ ਲੈ ਲਓ, ਬੜਾ ਸਵਾਦ, ਨਹੀਂ ਜੀ ਬਸ ਹੁਣ ਲੋੜ ਨਹੀਂ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਬਹੁਤ ਭੋਜਨ ਸਵਾਦ ਬਣਾਇਆ। ਭੁੱਖ ਮਿਟ ਗਈ, ਹੁਣ ਧੰਨਵਾਦ ਨਿਕਲ ਰਿਹਾ ਹੈ। ਪਰ ਜੇ ਭੁੱਖ ਨਾ ਮਿਟੇ ਤੇ ਸ਼ਿਕਵੇ ਨਿਕਲਦੇ ਨੇ, ਘਰ ਦੇ ਵਿੱਚ ਕਲੇਸ਼ ਪੈ ਜਾਂਦਾ, ਆਹ ਕੀ ਬਣਾਇਆ, ਕਿਉਂ ਨਹੀਂ ਬਣਾਇਆ ਹੁਣ ਤੱਕ, ਮੇਰੀ ਭੁੱਖ ਨਾਲ ਜਾਨ ਨਿਕਲ।
ਸ਼ਿਕਵੇ ਨਿਕਲਦੇ ਹੈ। ਇਹੀ ਜ਼ਿੰਦਗੀ ਦੀ ਸੱਚਾਈ ਹੈ। ਲੋੜਾਂ ਪੂਰੀਆਂ ਨਾ ਹੋਣ ਤੇ ਸ਼ਿਕਵਿਆਂ ਨਾਲ ਭਰਦੇ ਆ, ਤੇ ਜੇ ਲੋੜਾਂ ਪੂਰੀਆਂ ਹੋ ਜਾਣ ਫਿਰ ਅੰਦਰੋਂ ਰਜੇਵੇਂ ਦੀ ਅਵਸਥਾ, ਸੰਤੁਸ਼ਟੀ ਦੀ ਅਵਸਥਾ ਨਿਕਲਦੀ। ਪਰ ਮਹਾਰਾਜ ਕਹਿੰਦੇ ਜੇ ਉਹ ਕੁਦਰਤੀ ਭੁੱਖ ਦਾ ਕੁਦਰਤੀ ਰਜੇਵਾਂ ਨਹੀਂ ਕਰੋਗੇ ਤਾਂ ਫਿਰ ਕਦੀ ਵੀ ਸ਼ੁਕਰ ਦੇ ਵਿੱਚ ਨਹੀਂ ਆਓਗੇ। ਤੇ ਜੇ ਨਾਲ ਨਾਲ ਯਾਦ ਕਰੋਗੇ ਵਾਹਿਗੁਰੂ ਨੂੰ, ਕੀਰਤ ਕਰਦੇ ਜਾਓਗੇ, ਤੁਹਾਨੂੰ ਜੀਵਨ ਦੇ ਵਿੱਚ ਇਹ ਭੁੱਖ ਨੂੰ ਤ੍ਰਿਸ਼ਨਾ ਵਾਲੇ ਪਾਸੇ ਲਿਜਾਣ ਦੀ ਕਦੀ ਵੀ ਉਹੋ ਜਿਹੀ ਮਾੜੀ ਘੜੀ ਨਹੀਂ ਆਏਗੀ। ਕਦੀ ਬੇਚੈਨ ਅਸ਼ਾਂਤ ਨਹੀਂ ਹੋਵੋਗੇ। ਤੁਹਾਨੂੰ ਆਰਾਮ ਚਾਹੀਦਾ ਹੈ, ਤੁਹਾਨੂੰ ਭੁੱਖ ਚਾਹੀਦਾ ਹੈ, ਆਪਣਾ ਭੋਜਨ ਚਾਹੀਦਾ ਹੈ। ਤੇ ਮਹਾਰਾਜ ਕਹਿੰਦੇ ਪਰ ਜੇ ਤੁਹਾਨੂੰ ਸ਼ੁਕਰ ਕਰਨਾ ਆ ਗਿਆ ਨਾ ਤਾਂ ਯਾਦ ਰੱਖਿਓ, ਤੁਸੀਂ ਥੱਲੇ ਵੀ ਸੌਂ ਗਏ ਨਾ, ਜੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਪਿਆਰ ਯਾਦ ਤੁਹਾਡੇ ਅੰਦਰ ਚੱਲਦੀ ਹੈ ਨਾ, ਤਾਂ ਤੁਹਾਨੂੰ ਥੱਲੇ ਪੈਣਾ ਵੀ ਜਿਹੜਾ ਪਰਾਲੀਆਂ 'ਤੇ ਪੈਣਾ ਵੀ ਜਿਹੜਾ ਆਨੰਦਦਾਇਕ ਬਣ ਜਾਏਗਾ। ਤੇ ਜੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਸੁੱਕਾ ਰੁੱਖਾ ਪ੍ਰਸ਼ਾਦਾ ਵੀ ਮਿਲ ਗਿਆ ਨਾ, ਤਾਂ ਵੀ ਅੱਤ ਦੇ ਸ਼ੁਕਰ ਵਿੱਚ ਤੁਹਾਨੂੰ ਉਹ ਸਵਾਦਲਾ ਲੱਗੇਗਾ। ਤੁਹਾਡੇ ਅੰਦਰ ਰਜੇਵਾਂ, ਤੁਹਾਡੇ ਅੰਦਰ ਸ਼ੁਕਰਾਨਾ ਪੈਦਾ ਕਰੇਗਾ। ਬਾਣੀ ਦਾ ਫਰਮਾਨ ਹੈ, ਰੂਖੋ ਭੋਜਨ ਭੂਮ ਸੈਨ ਸਖੀ, ਪ੍ਰਿਯ ਸੰਗ ਸੂਖ ਬਿਹਾਤ। ਰੁੱਖਾ ਭੋਜਨ ਹੋਵੇ ਭਾਵੇਂ, ਥੱਲੇ ਭੂਮੀ 'ਤੇ ਸੌਣ ਦਾ ਮੌਕਾ ਬਣ ਜਾਏ, ਪਰ ਜੇ ਮੇਰਾ ਵਾਹਿਗੁਰੂ ਮੇਰੇ ਨਾਲ ਹੈ ਨਾ, ਵਾਹਿਗੁਰੂ ਦੀ ਪਿਆਰ ਯਾਦ ਮੇਰੇ ਨਾਲ, ਮਹਾਰਾਜ ਕਹਿੰਦੇ ਮੇਰਾ ਸਮਾਂ ਬੜੇ ਸੁੱਖ ਵਿੱਚ ਬਤੀਤ ਹੁੰਦਾ ਹੈ। ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖ ਨੂੰ ਇਸ ਬਿਰਤੀ ਵਿੱਚ ਦੇਖਣਾ ਚਾਹੁੰਦਾ। ਸ਼ਬਦ ਦੀ ਵਿਚਾਰ ਵਿਸਥਾਰ ਮੰਗਦੀ, ਯਤਨ ਕਰਾਂਗੇ ਜਿੰਨਾ ਕੁ ਅੱਜ ਹੋ ਸਕਿਆ, ਬਾਕੀ ਕੱਲ੍ਹ ਕਰਾਂਗੇ। ਮਹਾਰਾਜ ਕਹਿੰਦੇ ਸਭ ਰਸ ਮਿੱਠੇ। ਮਿੱਠਾ ਭੋਜਨ ਚੰਗਾ ਲੱਗਦਾ ਨਾ ਸਾਨੂੰ, ਪਰ ਜਦੋਂ ਲੋੜ ਪੂਰੀ ਹੋ ਜਾਏ ਬਸ ਠੀਕ ਹੈ। ਪਰ ਜੇ ਉਹੀ ਭੁੱਖ ਤ੍ਰਿਸ਼ਨਾ ਬਣ ਜਾਏ ਤੇ ਫਿਰ ਕਹਿੰਦੇ ਪੇਟ ਤੇ ਭਰ ਗਿਆ ਪਰ ਅਜੇ ਮਨ ਨਹੀਂ ਭਰਿਆ, ਨੀਤ ਨਹੀਂ ਭਰੀ, ਗਲਤ ਹੋ ਗਈ। ਉਹੀ ਭੋਜਨ ਜਿਸ ਨੇ ਤੁਹਾਨੂੰ ਤੁਹਾਡੇ ਸਰੀਰ ਨੂੰ ਸ਼ਕਤੀ ਦੇਣੀ, ਉਹੀ ਭੋਜਨ ਬਿਮਾਰੀ ਦਾ ਕਾਰਨ ਬਣ ਗਿਆ। ਹੈ ਤੇ ਮਿੱਠਾ ਸੀ, ਹੈ ਤੇ ਸੁਆਦਲਾ ਸੀ, ਪਰ ਉਹ ਭੁੱਖ ਦੀ ਜਗ੍ਹਾ 'ਤੇ ਬੇਸੰਜਮਾ ਹੋ ਕੇ ਤ੍ਰਿਸ਼ਨਾ ਬਣ ਗਿਆ, ਗਲਤ ਹੋ ਗਿਆ। ਮਹਾਰਾਜ ਕਹਿੰਦੇ ਬਸ ਇਹੀ ਗੱਲ ਰੂਹਾਨੀ ਜ਼ਿੰਦਗੀ ਦੇ ਰੂਪ ਵਿੱਚ ਮੈਂ ਤੁਹਾਨੂੰ ਦ੍ਰਿੜ ਕਰਾਉਣੀ ਚਾਹੁੰਦਾ। ਇਹੀ ਅਧਿਆਤਮਕਤਾ ਹੈ, ਇਹੋ ਹੀ ਧਰਮ ਹੈ ਕਿ ਜੀਵਨ ਕਰਤਾ ਪੁਰਖ ਵਾਹਿਗੁਰੂ ਜੀ ਦਾ ਗੁਣਗਾਨ ਕਰਦਿਆਂ ਜਦੋਂ ਬਤੀਤ ਹੋਏਗਾ, ਤੁਹਾਡੇ ਜੀਵਨ ਵਿੱਚ ਤੁਹਾਡੀਆਂ ਭੁੱਖਾਂ, ਇੱਛਾਵਾਂ, ਲੋੜਾਂ ਜਿਹੜੀਆਂ ਨੇ, ਮੰਗਾਂ ਜਿਹੜੀਆਂ ਨੇ, ਉਹ ਬੇਸੰਜਮੀਆਂ ਨਹੀਂ ਹੋਣਗੀਆਂ। ਇਹ ਬੇਸੰਜਮੀਆਂ ਹੁੰਦੀਆਂ ਹੀ ਉਦੋਂ ਨੇ ਜਦੋਂ ਇੱਧਰ ਸਰੀਰ ਦੀਆਂ ਕੁਦਰਤੀ ਲੋੜਾਂ ਦਾ ਧਿਆਨ ਧਰਦਿਆਂ ਤੁਸੀਂ ਦੁਨੀਆ ਵੱਲ ਦੇਖ ਕੇ ਜਿਉਣਾ ਸ਼ੁਰੂ ਕਰ ਦਿੰਦੇ ਹੋ। ਉਹਦੇ ਕੋਲ ਇੰਨਾ ਹੈ, ਉਹਦੇ ਕੋਲ ਛੱਤੀ ਪਦਾਰਥ ਨੇ, ਉਹਦੇ ਕੋਲ ਸਵਾਰੀਆਂ ਇਹੋ ਜਿਹੀਆਂ ਨੇ, ਉਹਦੇ ਕੋਲ ਮਹਿਲ ਮਾੜੀਆਂ ਨੇ, ਮੇਰੇ ਕੋਲ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਉਸ ਵੇਲੇ ਹੌਕੇ ਲੈਂਦੇ ਹੋ ਤੁਸੀਂ। ਬਾਹਰ ਬਣਿਆ ਹੋਇਆ ਸੋਹਣਾ ਪਾਰਕ, ਬਾਹਰ ਬਣਿਆ ਹੋਇਆ ਬਹੁਤ ਸੁੰਦਰ ਬਾਗ ਜਿਹਦੇ ਵਿੱਚ ਫੁੱਲ ਲੱਗੇ ਨੇ ਤਰ੍ਹਾਂ ਤਰ੍ਹਾਂ ਦੇ, ਉਹਦੇ ਵਿੱਚ ਹਰਿਆਵਲ ਵਾਲੇ ਦਰਖਤ ਲੱਗੇ ਨੇ, ਉੱਥੇ ਸੈਰ ਕਰੋ, ਲੰਮੇ ਸਾਹ ਲਓ, ਕਸਰਤ ਕਰੋ, ਤੁਹਾਡਾ ਸਰੀਰ ਤੰਦਰੁਸਤ ਹੁੰਦਾ ਹੈ। ਕੁਦਰਤ ਦੇ ਉਸ ਨਜ਼ਾਰਿਆਂ ਨਾਲ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਤੇ ਨਾਲ ਹੀ ਕਾਦਰ ਯਾਦ ਆਉਂਦਾ ਹੈ, ਉਹ ਬਣਾਉਣ ਵਾਲਾ ਯਾਦ ਆਉਂਦਾ ਹੈ। ਕੈਸੇ ਕਮਾਲ ਦੇ ਫੁੱਲ ਪੈਦਾ ਕੀਤੇ ਹੈ, ਕੈਸੇ ਸੋਹਣੇ ਦਰਖਤ, ਔਰ ਕਿੰਨੀ ਤਰਤੀਬ ਦੇ ਵਿੱਚ ਇਹ ਸਾਰਾ ਕੁਛ ਬਣਾਇਆ। ਧੰਨ ਇਹ ਕੁਦਰਤ ਨੂੰ ਰਚਣ ਵਾਲਾ, ਤੇ ਉਹ ਵੀ ਕਿੰਨਾ ਪਿਆਰਾ ਮਨੁੱਖ ਹੈ ਜਿਹਨੇ ਇਹ ਕੁਦਰਤ ਦੇ ਬਨਸਪਤੀ ਨੂੰ, ਬ੍ਰਿਛਾਂ, ਫੁੱਲਾਂ ਨੂੰ ਕਿੰਨੀ ਤਰਤੀਬ ਨਾਲ ਇਸ ਮਾਲੀ ਨੇ ਇੱਥੇ ਸਜਾਇਆ। ਕਮਾਲ ਹੈ ਬੰਦਾ, ਕਿੰਨਾ ਸੋਹਣਾ ਕਾਰੀਗਰ। ਅੰਦਰੋਂ ਤੁਹਾਡਿਓਂ ਚੰਗਾ ਨਿਕਲਦਾ ਹੈ, ਧੰਨਵਾਦ ਨਿਕਲਦਾ ਹੈ। ਪਰ ਜੇ ਉੱਥੇ ਹੀ ਸੈਰ ਕਰਦਿਆਂ ਜੇ ਕਿਤੇ ਇਹ ਆ ਗਿਆ ਵੀ ਯਾਰ ਇਹ ਕਮਾਲ ਹੈ, ਇਹ ਬਾਗ ਇੰਨਾ ਖੂਬਸੂਰਤ, ਕਾਸ਼ ਕਿਤੇ ਮੇਰਾ ਹੋ ਜਾਏ, ਮੈਂ ਇਹਦਾ ਮਾਲਕ ਬਣ ਜਾਵਾਂ, ਤੇ ਫਿਰ ਸੋਚ ਸਕਦੇ ਹਾਂ ਨਾ, ਅਸੀਂ ਗੱਲ ਸਮਝ ਵਿੱਚ ਆ ਸਕਦੀ ਹੈ ਨਾ ਭਈ ਉਸ ਵੇਲੇ ਫਿਰ ਸਾਡੀ ਬਿਰਤੀ ਦਾ ਕੀ ਬਣੇਗਾ। ਫਿਰ ਉਹ ਫੁੱਲ ਨਹੀਂ ਨਜ਼ਰ ਆਉਂਦੇ, ਉਹਨਾਂ ਦੀ ਖੁਸ਼ਬੂ ਨਹੀਂ ਲੱਗਦੀ। ਉਹ ਹਰਿਆਵਲ ਗਈ, ਪੰਛੀਆਂ ਦੀ ਚਹਿਚਹਾਟ ਜਿਹੜੀ ਉਹ ਗਈ, ਤਿਤਲੀਆਂ ਦਾ ਸੁੰਦਰ ਉੱਡਣਾ ਗਿਆ, ਉੱਥੇ ਫਿਰ ਇੱਕ ਅੰਦਰ ਖੁਦ ਆ ਤੰਗ ਕਰਦੀ ਹੈ।
ਜਾਇਜ਼ ਤਰੀਕੇ ਨਾਲ ਜਾਂ ਨਾਜਾਇਜ਼ ਤਰੀਕੇ ਨਾਲ, ਇਹ ਮੈਂ ਇਹਦਾ ਮਾਲਕ ਕਿਵੇਂ ਬਣ ਜਾਵਾਂ। ਬਸ ਮਹਾਰਾਜ ਕਹਿੰਦੇ ਆਹ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਫਿਰ ਤੁਹਾਨੂੰ ਭਟਕਾਉਂਦੀ ਹੈ। ਫਿਰ ਮਹਾਰਾਜ ਕਹਿੰਦੇ ਨਹੀਂ ਬੁਝਦੀ, ਤੁਸੀਂ ਮਾਲਕ ਵੀ ਬਣ ਜਾਓਗੇ ਤਾਂ ਵੀ ਨਹੀਂ ਬੁਝਣੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰ ਪਰ ਹੀ ਕੋ ਲੁਝੀ ਹੈ। ਫਿਰ ਖੜੋਤ ਨਹੀਂ ਆਉਂਦੀ ਕਿਤੇ ਵੀ, ਸਵਾਸਾਂ ਵਿੱਚ ਖੜੋਤ ਆਉਂਦੀ ਹੈ, ਤੁਹਾਡੀਆਂ ਭੁੱਖਾਂ ਦੀ ਬਣੀ ਹੋਈ ਤ੍ਰਿਸ਼ਨਾ ਵਿੱਚ ਕਿਤੇ ਖੜੋਤ। ਫਿਰ ਤੁਹਾਡੀ ਮੈਂ ਵਧੀ ਜਾਂਦੀ ਹੈ, ਮੈਂ ਮੇਰਾ। ਤੁਸੀਂ 2 ਨੰਬਰ 'ਤੇ, ਮੈਂ 1 ਨੰਬਰ 'ਤੇ ਕਿਵੇਂ ਹੋਵਾਂ, ਇਹਦੇ ਲਈ ਮੈਨੂੰ ਕੁਛ ਵੀ ਕਰਨਾ ਪਵੇ ਉਹ ਮੈਂ ਕਰਾਂਗਾ। ਉਹ ਜਾਇਜ਼ ਹੈ। ਭਾਵੇਂ ਔਰੰਗਜ਼ੇਬ ਬਣ ਕੇ ਮੈਨੂੰ ਆਪਣੇ ਸਕੇ ਪਿਓ ਨੂੰ ਹੀ ਕੈਦ ਕਿਉਂ ਨਾ ਕਰਨਾ ਪਵੇ, ਆਪਣੇ ਭਰਾਵਾਂ ਦਾ ਹੀ ਕਤਲ ਕਿਉਂ ਨਾ ਕਰਨਾ ਪਵੇ, ਕਿਸੇ ਸਰਮਦ ਵਰਗੇ ਫਕੀਰ ਨੂੰ ਵੀ ਤਸੀਹੇ ਦੇ ਕੇ ਖ਼ਤਮ ਕਰਨਾ ਕਿਉਂ ਨਾ ਪਵੇ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗੇ ਮਹਾਂਪੁਰਸ਼ ਨੂੰ ਸਰੀਰਕ ਤੌਰ 'ਤੇ ਖ਼ਤਮ ਕਿਉਂ ਨਾ ਕਰਨਾ ਪਵੇ, ਉਹਦੇ ਪਿਆਰਿਆਂ ਨੂੰ ਤਸੀਹੇ ਦੇ ਕੇ ਕਿਉਂ ਨਾ। ਜਾਇਜ਼ ਹੈ, ਸਵਾਬ ਹੈ ਇਹ ਜਹਾਦ ਦਾ। ਗੁਰੂਦੇਵ ਕਹਿੰਦੇ ਫਿਰ ਅੰਤ ਨਹੀਂ ਆਏਗਾ ਕਿਤੇ ਵੀ, ਮਨੁੱਖ ਨਹੀਂ ਰਹੋਗੇ ਤੁਸੀਂ, ਜ਼ਾਲਮ ਬਣ ਜਾਓਗੇ। ਤੁਹਾਡਾ ਕ੍ਰੋਧ, ਤੁਹਾਡਾ ਹੰਕਾਰ, ਤੁਹਾਡੀ ਈਰਖਾ, ਤੁਹਾਡਾ ਮੁਤੱਸਬ ਫਿਰ ਇੰਨਾ ਗੈਰ ਕੁਦਰਤੀ ਹੋ ਜਾਏਗਾ, ਨਾ ਆਪ ਸੁਖੀ ਹੋਵੋਗੇ ਨਾ ਦੂਜਿਆਂ ਨੂੰ ਸੁਖੀ ਰਹਿਣ ਦਿਓਗੇ। ਮੁੱਕ ਜਾਓਗੇ ਇੱਕ ਦਿਨ, ਤੁਹਾਡੀਆਂ ਕਬਰਾਂ ਦੇ ਉੱਤੇ ਤੁਹਾਡਾ ਨਾਮ ਲੈਣ ਵਾਲਾ ਵੀ ਕੋਈ ਨਹੀਂ ਹੋਏਗਾ। ਪਰ ਜਿਸ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਕਿਰਤ ਤੇ ਕੀਰਤ ਦੇ ਸੁਮੇਲ ਨਾਲ ਜਿਉਣਾ ਆ ਗਿਆ, ਉਹ ਗੁਰੂ ਨਾਨਕ ਪਾਤਸ਼ਾਹ ਜਿਸ ਦੇ ਬਾਰੇ ਬਾਣੀ ਦੇ ਵਿੱਚ ਭੱਟ ਸਾਹਿਬ ਕਹਿੰਦੇ ਹੈ, ਕਬ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਗੁਰੂ ਨਾਨਕ ਰਾਜਾ ਜੋਗੀ ਨੇ। ਅੱਜ ਭਾਈ ਸਾਹਿਬ ਸਾਨੂੰ ਦੱਸ ਰਹੇ ਸੀਗੇ ਕਿ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਮੇਰੀ ਪੀਰੀ ਦਿਵਸ ਹੈ। ਇੱਥੇ ਅਧਿਆਤਮਕਤਾ, ਇੱਥੇ ਰਾਜ, ਇੱਥੇ ਜੋਗ ਸੁਮੇਲ ਹੈ। ਇੱਥੇ ਹਰੀ ਮੰਦਰ ਵੀ ਹੈ, ਜਿਹੜੀ ਜੋਗ ਦੀ ਪਵਿੱਤਰ ਥਾਂ ਹੈ, ਸਤਸੰਗ ਦੀ ਥਾਂ ਹੈ। ਪਰ ਹਰੀ ਮੰਦਰ ਦੇ ਬਿਲਕੁਲ ਸਨਮੁਖ ਤਖਤ ਹੈ, ਪਰ ਉਹ ਕਿਸੇ ਬੰਦੇ ਦਾ ਤਖਤ ਨਹੀਂ, ਕਿਸੇ ਬੰਦੇ ਦੇ ਅੰਦਰ ਦੇ ਹਾਕਮੀ ਬਾਦਸ਼ਾਹੀ ਹੰਕਾਰ ਦਾ ਪ੍ਰਗਟਾਵਾ ਨਹੀਂ। ਜਿੱਦਾਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ, ਇੱਦਾਂ ਹੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਅਕਾਲ ਜੀ ਦੇ ਨਾਮ 'ਤੇ ਉਹ ਤਖਤ ਰਚਾਇਆ। ਦੁਨੀਆ ਦੇ ਬਾਦਸ਼ਾਹ, ਦੁਨੀਆ ਦੇ ਬਾਦਸ਼ਾਹਾਂ ਦੇ ਤਖਤ 100 ਵਾਰੀ, ਹਜ਼ਾਰਾਂ ਵਾਰੀ, ਅਣਗਿਣਤ ਵਾਰੀ ਬਣਨੇ ਨੇ, ਢੱਠ ਜਾਣੇ ਨੇ, ਬਣਾਉਣ ਵਾਲੇ ਵੀ ਮੁੱਕ ਜਾਣੇ ਨੇ, ਉਹਨਾਂ ਦਾ ਕਿਸੇ ਨੇ ਨਾਮ ਵੀ ਨਹੀਂ ਯਾਦ ਰੱਖਣਾ। ਅਕਾਲ ਤਖਤ ਤੇ ਅਕਾਲ ਤਖਤ ਦਾ ਰਚਨਹਾਰਾ ਉਸ ਨੇ ਨਹੀਂ ਕਦੀ ਮੁੱਕਣਾ, ਉਹਦੀ ਯਾਦ ਨੇ ਕਦੇ ਨਹੀਂ ਮੁੱਕਣਾ। ਉਹਨੂੰ ਪਿਆਰ ਕਰਨ ਵਾਲਿਆਂ ਦੀਆਂ ਸੁਰਤੀਆਂ ਬਿਰਤੀਆਂ ਦੇ ਉੱਤੇ ਨਮੋ ਕਰਨ ਵਾਲੀ ਅਵਸਥਾ ਬਣੀ ਰਹਿਣੀ ਹੈ। ਅੱਜ ਯਾਦ ਕੀਤਾ ਜਾ ਰਿਹਾ ਹੈ। ਸੈਂਕੜੇ ਸਾਲ ਬਤੀਤ ਹੋ ਗਏ ਨੇ, ਦੁਨੀਆ ਦੇ ਦੋਖੀ ਹੰਕਾਰੀਆਂ ਨੇ, ਹਾਕਮ ਕਹਾਉਣ ਵਾਲਿਆਂ ਨੇ, ਰਾਜਨੀਤਿਕ ਆਗੂ ਕਹਾਉਣ ਵਾਲਿਆਂ ਨੇ ਹੰਕਾਰ ਦੇ ਅੰਦਰ, ਕ੍ਰੋਧ ਵਿੱਚ ਆ ਕੇ ਉਸ ਅਕਾਲ ਦੇ ਤਖਤ ਨੂੰ ਮਲੀਆ ਮੇਟ ਕਰਨ ਦਾ ਬੜਾ ਕੋਝਾ ਯਤਨ ਕੀਤਾ, ਬੜੀ ਵਾਰੀ ਕੀਤਾ। ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਹਰੀ ਮੰਦਰ ਨੂੰ ਕਿੰਨੀ ਵਾਰੀ ਢਾਹ ਕੇ ਸਰੋਵਰ ਨੂੰ ਵੀ ਪੂਰਿਆ। ਉੱਥੇ ਮੱਸੇ ਵਰਗੇ ਰੰਗੜ ਹੰਕਾਰੀ ਬਦਕਾਰੀ ਆ ਕੇ ਬੈਠ ਗਏ, ਨਾਚ ਗਾਣੇ ਕਰਨ ਲੱਗੇ, ਸ਼ਰਾਬਾਂ ਦੇ ਦੌਰ ਚਰਨ ਲੱਗੇ। ਹਰੀ ਮੰਦਰ ਦੀ ਹੋਂਦ ਨੂੰ ਨਹੀਂ ਕੋਈ ਖਤਮ ਕਰ ਸਕਿਆ। ਇਮਾਰਤਾਂ ਢਾਹ ਦਿੱਤੀਆਂ ਗਈਆਂ, ਪਰ ਹਰੀ ਮੰਦਰ ਨਹੀਂ ਟੱਠਿਆ। ਅਕਾਲ ਤਖਤ ਸਾਹਿਬ ਦੀ ਇਮਾਰਤ ਢਾਹ ਦਿੱਤੀ ਗਈ, ਅਕਾਲ ਤਖਤ ਨਹੀਂ ਢਾਇਆ ਜਾ ਸਕਿਆ, ਕਿਉਂਕਿ ਉਹ ਅਕਾਲ ਜੀ ਦਾ ਹੈ। ਉਹ ਇਮਾਰਤਾਂ ਦਾ ਮੁਤਾਜ ਨਹੀਂ, ਇਮਾਰਤਾਂ ਤੇ ਉਹਦੀਆਂ ਪ੍ਰਤੀਕ ਨੇ। ਉਹਨੂੰ ਯਾਦ ਕਰਨ ਵਾਲਿਆਂ ਵਾਸਤੇ ਉਹ ਮਾਣ ਕਰਨ ਯੋਗ, ਨਮੋ ਕਰਨ ਯੋਗ ਥਾਂ ਹੈ। ਉੱਥੋਂ ਪ੍ਰੇਰਨਾ ਲੈਣ ਵਾਸਤੇ ਰਾਜਯੋਗ ਦੀ ਉਹ ਥਾਂ ਹੈ। ਉਹਨੂੰ ਢਾਇਆ ਨਹੀਂ ਜਾ ਸਕਦਾ। ਢਾਉਣ ਵਾਲੇ ਮੁੱਕਣਗੇ, ਉਹਨੂੰ ਢਾਇਆ ਨਹੀਂ ਜਾ ਸਕਦਾ। ਮੀਰੀ ਪੀਰੀ ਨੂੰ ਵੱਖ ਕਰਕੇ ਜਿਹੜੇ ਵੀ ਦੇਖਣਗੇ, ਪੀਰ ਕਹਾਉਣ ਵਾਲੇ ਵੀ, ਸਾਧੂ ਮਹਾਤਮਾ ਧਰਮੀ ਕਹਾਉਣ ਵਾਲੇ ਵੀ ਹੰਕਾਰ ਕ੍ਰੋਧ ਵਿੱਚ ਆਪਣੀ ਪੂਜਾ ਮਾਨਤਾ ਦੇ
इस ਵਪਾਰੀ ਬਿਰਤੀ ਦੇ ਸੁਭਾਅ ਵਿੱਚ ਖਤਮ ਹੋ ਜਾਣਗੇ। ਮੀਰੀ ਦੇ ਬਾਦਸ਼ਾਹ ਕਹਾਉਣ ਵਾਲੇ ਵੀ ਮੁੱਕ ਜਾਣਗੇ, ਪਰ ਮੀਰੀ ਤੇ ਪੀਰੀ ਦੇ ਸੁਮੇਲ ਵਿੱਚ ਜਿਉਣ ਵਾਲਾ, ਰਾਜ ਤੇ ਯੋਗ ਦੀ, ਸੰਤ ਤੇ ਸਿਪਾਹੀ ਦੀ, ਭਗਤੀ ਤੇ ਸ਼ਕਤੀ ਦੀ ਸੋਝੀ ਕਰਵਾਉਣ ਵਾਲਾ, ਜੀਵਨ ਜੁਗਤ ਦੇਣ ਵਾਲਾ ਸਤਿਗੁਰੂ ਤੇ ਉਸ ਸਤਿਗੁਰੂ ਨਾਲ ਜੁੜੇ ਹੋਏ ਸਤਿਗੁਰੂ ਦੀ ਇਸ ਜੁਗਤ ਨਾਲ ਸਮਰਪਿਤ ਹੋ ਕੇ ਜਿਉਣ ਵਾਲੇ ਉਹ ਨਹੀਂ ਮਰਨਗੇ ਕਦੀ। ਭਾਈ ਮਤੀ ਦਾਸ ਨੇ ਕਦੀ ਨਹੀਂ ਮਰਨਾ, ਭਾਈ ਸਤੀ ਦਾਸ ਨੇ ਕਦੀ ਨਹੀਂ ਮਰਨਾ। ਇਸ ਗੱਲ ਨੂੰ ਇੱਥੇ ਬੈਠ ਕੇ ਸਮਝਣਾ ਹੈ। ਅੱਜ ਮੀਰੀ ਪੀਰੀ ਦਿਵਸ ਮਨਾਉਂਦੇ ਹਾਂ, ਇਹ ਮੀਰੀ ਦੇ ਕੀ ਅਰਥ ਨੇ? ਸ਼ਸਤਰਧਾਰੀ ਹੋਣ ਦੀ ਆਗਿਆ ਕੀਤੀ ਗੁਰੂਦੇਵ ਨੇ। ਚੰਗੇ ਤੋਂ ਚੰਗੇ ਘੋੜੇ ਲੈ ਕੇ ਆਓ, ਚੰਗੇ ਤੋਂ ਚੰਗੇ ਸ਼ਸਤਰ ਲੈ ਕੇ ਆਓ। ਪਰ ਮੇਰੇ ਸਿੱਖ ਕਹਾਉਣ ਵਾਲਿਓ, ਇਹ ਸ਼ਸਤਰ ਲਿਆਉਂਦਿਆਂ ਇੱਕ ਗੱਲ ਦਾ ਖਿਆਲ ਰੱਖਣਾ, ਗੁਰੂ ਦਾ ਦਿੱਤਾ ਹੋਇਆ ਗੁਰਬਾਣੀ ਰੂਪ ਸ਼ਾਸਤਰ ਇਹਦੇ ਨਾਲੋਂ ਨਹੀਂ ਟੁੱਟਣਾ। ਤੁਹਾਡੀ ਕਿਰਪਾਨ ਵਿੱਚ ਤੇ ਜਹਾਂਗੀਰ ਦੀ ਕਿਰਪਾਨ ਵਿੱਚ ਫਰਕ ਹੋਵੇ। ਉਹਦੀ ਕਿਰਪਾਨ ਜ਼ੁਲਮ ਵਾਲੇ ਪਾਸੇ ਤੁਰ ਸਕਦੀ ਹੈ, ਦੂਜਿਆਂ ਦੇ ਹੱਕ ਖੋਹਣ ਵਾਲੇ ਪਾਸੇ ਤੁਰ ਸਕਦੀ ਹੈ, ਦੂਜਿਆਂ ਦੇ ਧਰਮ ਨੂੰ ਦੁਕਾਨੇ ਬਾਤਲ ਕਹਿ ਕੇ, ਝੂਠ ਦੀ ਦੁਕਾਨ ਕਹਿ ਕੇ ਖਤਮ ਕਰਨ ਵਾਲੇ ਪਾਸੇ ਤੁਰ ਸਕਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਰੀਰਕ ਤੌਰ 'ਤੇ ਤਸੀਹੇ ਦੇ ਕੇ ਖਤਮ ਕਰਨ ਦੀ ਕੋਝੀ ਬਿਰਤੀ ਆਪਣੇ ਅੰਦਰ ਲਿਆ ਸਕਦੀ ਹੈ। ਪਰ ਮੇਰੇ ਸਿੱਖਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਤੇਰੀ ਕਿਰਪਾਨ ਦੇ ਨਾਲ ਮੈਂ ਇਹ ਕੁਛ ਵਰਤਾਰਾ ਨਹੀਂ ਦੇਖਣਾ ਚਾਹੁੰਦਾ। ਤੂੰ ਕਿਰਪਾਨ ਧਾਰੀ ਹੋਵੇਂ, ਸ਼ਸਤਰ ਧਾਰੀ ਹੋਵੇਂ, ਪਰ ਜਦੋਂ ਤੇਰਾ ਸ਼ਸਤਰ ਚੱਲੇ ਨਾ ਉਹ ਨਿਹੱਥੇ ਤੇ ਚੱਲੇ, ਨਾ ਉਹ ਸ਼ਰਨ ਆਏ ਤੇ ਚੱਲੇ, ਨਾ ਉਹ ਕਿਸੇ ਅਬਲਾ ਤੇ ਚੱਲੇ, ਨਾ ਕਿਸੇ ਰੋਗੀ ਤੇ ਚੱਲੇ। ਇਹ 6 ਬਚਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਨਾਲ ਕੀਤੇ ਕਿ ਮੇਰਾ ਸਿੱਖ ਸ਼ਸਤਰਧਾਰੀ ਹੋਣ ਦੇ ਨਾਲ ਨਾਲ ਜੇ ਸ਼ਸਤਰ ਦੀ ਵਰਤੋਂ ਇਹਨਾਂ ਦੇ ਉੱਤੇ ਕਰੇਗਾ, ਕਿਸੇ ਅਬਲਾ ਦੇ ਉੱਤੇ, ਕਿਸੇ ਨਿਹੱਥੇ ਤੇ, ਕਿਸੇ ਸ਼ਰਨ ਆਏ ਤੇ ਕਰੇਗਾ, ਬਜ਼ੁਰਗ ਤੇ ਕਰੇਗਾ, ਅਬਲਾ ਤੇ ਕਰੇਗਾ, ਉਹ ਮੇਰਾ ਸਿੱਖ ਨਹੀਂ। ਇਹ ਫਰਕ ਹੈ ਜਹਾਂਗੀਰ ਦੀ ਤਲਵਾਰ ਵਿੱਚ ਤੇ ਮੀਰੀ ਪੀਰੀ ਦੇ ਅਕਾਲ ਤਖਤ ਦੇ ਧਾਰਨ ਕਰਨ ਵਾਲੇ ਵੱਡ ਯੋਧਾ ਬਹੁ ਪਰਉਪਕਾਰੀ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰ ਵਿੱਚ ਇਹ ਫਰਕ ਹੈ। ਮੀਰੀ ਪੀਰੀ ਦਾ ਸਿਧਾਂਤ ਜਿਹੜਾ ਹੈ ਉਹ ਦੁਨੀਆ ਵਿੱਚ ਬਾਦਸ਼ਾਹਾਂ ਕੋਲ ਨਹੀਂ ਹੈ, ਸਾਧੂ ਮਹਾਤਮਾਵਾਂ ਕੋਲ ਨਹੀਂ ਹੈ, ਪਰ ਗੁਰੂ ਦੇ ਸਿੱਖ ਕੋਲ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਦਿੱਤਾ। ਪਾਤਸ਼ਾਹ ਬਚਨ ਕਰਦੇ ਕਿ ਭਾਈ ਮੈਂ ਤੁਹਾਨੂੰ ਰਾਜੇ ਜੋਗੀ ਬਣਾਉਣਾ ਹੈ, ਸੰਤ ਸਿਪਾਹੀ ਬਣਾਉਣਾ ਹੈ। ਮਾਣ ਕਰਕੇ, ਸਿਰ ਉੱਚਾ ਕਰਕੇ ਇਸ ਸੰਸਾਰ ਦੇ ਵਿੱਚ ਨਾ ਆਪ ਭੈ ਭੀਤ ਹੋਵੋ, ਨਾ ਦੂਜਿਆਂ ਨੂੰ ਭੈ ਭੀਤ ਕਰੋ। ਪਰ ਯਾਦ ਰੱਖਿਓ, ਭੈ ਵਿੱਚ ਜਾਓਗੇ ਜਦੋਂ ਤੁਹਾਡੀਆਂ ਲੋੜਾਂ ਭਾਵੇਂ ਉਹ ਪਦਾਰਥ ਦੇ ਰੂਪ ਵਿੱਚ ਨੇ, ਭੁੱਖਾਂ ਨਹੀਂ ਰਹਿਣਗੀਆਂ, ਉਹ ਤ੍ਰਿਸ਼ਨਾ ਬਣ ਜਾਣਗੀਆਂ। ਫਿਰ ਤੁਸੀਂ ਡਰਿਆ ਹੋਇਆ, ਸਹਿਮਿਆ ਹੋਇਆ ਜੀਵਨ ਬਤੀਤ ਕਰੋਗੇ, ਕਿਉਂਕਿ ਨਜਾਇਜ਼ ਕੰਮ ਕਰੋਗੇ। ਫਿਰ ਉਹ ਨਾਜਾਇਜ਼ ਕੰਮ ਜਿਹੜੇ ਨੇ ਕੁਕਰਿਤ ਬਣ ਕੇ ਜਦੋਂ ਤੁਸੀਂ ਉਹ ਕਰੋਗੇ ਨਾ, ਤੇ ਫਿਰ ਅੰਦਰ ਚਿੰਤਾ ਤੇ ਆਏਗੀ, ਡਰ ਤੇ ਆਏਗੀ, ਮੇਰਾ ਕੋਈ ਦੇਖ ਨਾ ਲਵੇ। ਤੁਸੀਂ ਕਮਾ ਵੀ ਲਓਗੇ, ਫਿਰ ਉਹਨੂੰ ਲੁਕਾਉਣ ਦਾ ਯਤਨ ਕਰੋਗੇ। ਉਸ ਦੇ ਖੁੱਸ ਜਾਣ ਦਾ ਡਰ ਜਿਹੜਾ ਹੈ ਤੇ ਨਾਲ ਹੋਰ ਪ੍ਰਾਪਤ ਕਰਨ ਦਾ ਲਾਲਚ ਤੁਹਾਨੂੰ ਤੰਗ ਕਰੇਗਾ। ਮਹਾਰਾਜ ਕਹਿੰਦੇ ਇਸ ਕਰਕੇ ਮੈਂ ਕਹਿੰਦਾ ਮਿੱਠੇ ਭੋਜਨ ਹੋਣ, ਰਸਦਾਇਕ ਭੋਜਨ ਹੋਣ, ਲੂਣੇ ਭੋਜਨ ਹੋਣ, ਖੱਟੇ ਮਿੱਠੇ ਹੋਣ, ਪਰ ਇਹ ਛਕਦਿਆਂ ਜੇ ਸ਼ੁਕਰਾਨਾ ਕਰੋਗੇ, ਵਾਹਿਗੁਰੂ ਦੇ ਸ਼ੁਕਰਗੁਜ਼ਾਰ ਹੋਵੋਗੇ, ਬਾਣੀ ਦੇ ਆਸਰੇ, ਨਾਮ ਸਿਮਰਨ ਦੇ ਆਸਰੇ, ਫਿਰ ਜਿਹੜਾ ਰਸ ਨਾਮ ਸਿਮਰਨ 'ਚੋਂ ਆਏਗਾ ਨਾ, ਉਹ ਇਹਨਾਂ ਪਦਾਰਥਾਂ ਦੇ ਮਿੱਠੇ, ਲੂਣੇ, ਖੱਟੇ, ਕੌੜੇ ਰਸ ਨਾਲੋਂ ਕਿਤੇ ਜ਼ਿਆਦਾ ਆਨੰਦਦਾਇਕ ਹੋਏਗਾ। ਅੱਜ ਦੇ ਇਸ ਪਾਵਨ ਬਚਨ ਵਿੱਚ ਸਾਨੂੰ ਗੁਰੂਦੇਵ ਨੇ ਗੁਰੂ ਦੇ ਇਸ ਸ਼ਬਦ ਦੇ ਨਾਲ ਜੁੜ ਕੇ ਨਾਮ ਸਿਮਰਨ ਦੀ, ਵਾਹਿਗੁਰੂ ਜੀ ਨੂੰ ਸ਼ੁਕਰਗੁਜ਼ਾਰੀ ਦੇ ਰੂਪ ਵਿੱਚ ਯਾਦ ਕਰਨ ਦੀ ਪ੍ਰੇਰਨਾ ਦਿੱਤੀ ਹੈ। ਬਚਨ ਜਿਹੜਾ ਗੁਰੂਦੇਵ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ, ਇਹਦੀ ਵਿਚਾਰ ਕੱਲ੍ਹ ਫਿਰ ਗੁਰੂਦੇਵ ਕਿਰਪਾ ਕਰਨ ਅਸੀਂ ਕਰਾਂਗੇ, ਜਿਹਦੇ ਵਿੱਚ ਖਾਣ ਦੀ, ਪਹਿਨਣ ਦੀ, ਸੌਣ ਦੀ, ਮਹਿਲ ਮਾੜੀਆਂ ਮਾਨਣ ਦੀ, ਘੋੜ ਸਵਾਰੀਆਂ ਦੇ ਸਾਧਨ ਮਾਨਣ ਦੀ ਗੱਲ ਕੀਤੀ। ਕਿਤੇ ਨਹੀਂ ਨਕਾਰਿਆ ਮਹਾਰਾਜ ਨੇ ਵੀ ਇਹ ਨਾ ਪ੍ਰਾਪਤ ਕਰੋ। ਮਹਾਰਾਜ ਕਹਿੰਦੇ ਮੈਂ ਚਾਹੁੰਦਾ ਮੇਰਾ ਸਿੱਖ ਤੇ ਇੱਥੇ ਇੱਦਾਂ ਜੀਵੇ, ਉਹਦੇ ਕੋਲ ਮਹਿਲ ਮਾੜੀਆਂ ਵੀ ਹੋਣ, ਉਹਦੇ ਕੋਲ ਚੰਗੇ ਤੋਂ ਚੰਗੇ ਸਵਾਰੀਆਂ ਦੇ ਸਾਧਨ ਵੀ ਹੋਣ, ਉਹਦੇ ਕੋਲ ਲੰਗਰ ਵਿੱਚ ਵੀ, ਘਰ ਵਿੱਚ ਵੀ 36 ਪਦਾਰਥ ਹੋਣ। ਉਹ ਮੁਬਾਰਕ ਨੇ,
पर जेड़े सुकृत करके सेव कीती संतोखी, जिनी सचो सच त्याया, ओनी मंदा पैर ना रखियो, कर सुकृत धर्म कमाया, उन्हें दुनिया तोड़े बंधना, अन्न पानी थोड़ा खाया। नाले चेते है तू बख्शिशी अगला, नित देवैं चढ़ै सवाया, वड्याई वड्डा पाया। तुसीं पदार्थ पाउंदे पाउंदे उस वड्डे दी वड्याई करदे करदे वड्डे नूं प्राप्त कर लो। तुहाडा राज ते योग, तुहाडी किरत ते कीरत तुहानूं आनंद दी अवस्था विच लै जाएगी। गुरु किरपा करन इस उपदेश नूं इस रूप विच असीं अपनी जिंदगी विच दृढ़ कर सकीए। अज दे इस संखेप समय विच इन्ने ही शब्द प्रवान करने। गुरु पातशाह गुरु हरगोबिंद साहिब महाराज दे दल पंजन गुर सुगरमा वड जोधा बहु पर उपकारी दे मेरी पीरी दिवस दियां एक बारी बहुत बहुत मुबारकां। सानू गुरु दे उपदेश नूं अज याद करदे आ। शाम नूं भी मैनूं पता लग्या दीवान होना है ते गुरु हरगोबिंद पातशाह जी दी सिफत सलाह गायन कीती जानी, विचारी जानी है। गुरु दे सिख दे रूप विच सानू गुरु नाल जुड़ के राज जोग संत सिपाही दी भगती शक्ति दी ये जीवन जुगत जिहड़ी गुरु ने दृढ़ कराई है, इनू अमली रूप देण दा उद्यम उपराला समत गुरु बख्श देण। इन्ने शब्द प्रवान करने। भुल्लां चुक्कां दी खेमा फतेह बुलाओ जी। वाहिगुरू जी का खालसा वाह।